ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ, ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦਾ ਸਿਮਰਨ ਕਰੀਏ ਜੀ। ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦੇ ਚਰਨਾਂ ਦਾ ਦਾਸ ਸਿਵਲ ਇੰਜੀਨੀਅਰ ਸੁਖਚੈਨ ਸਿੰਘ ਲੈਲਪੁਰੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ, ਜੋ ਕਿ ਆਪ ਜੀ ਨੇ ਮੇਰੇ ਵੱਲੋਂ ਪਾਈਆਂ ਗਈਆਂ ਕੁਝ ਮਹਾਨ ਸ਼ਖਸੀਅਤਾਂ ਦੇ ਜੀਵਨ ਉੱਪਰ ਖੋਜ ਭਰਪੂਰ ਵੀਡੀਓ ਨੂੰ ਬਹੁਤ ਮਾਣ ਸਤਿਕਾਰ ਬਖਸ਼ਿਆ ਹੈ। ਔਰ ਇੱਥੇ ਹੀ ਬਸ ਨਹੀਂ, ਆਪ ਜੀ ਵੱਲੋਂ ਮੈਨੂੰ ਇੱਕ ਲੰਮੀ ਲਿਸਟ ਜੋ ਮੈਂ ਬਣਾਈ ਹੈ ਉਹ ਭੇਜੇ ਗਏ ਹਨ। ਵੱਖ-ਵੱਖ ਨਾਮ ਜਿਨ੍ਹਾਂ ਮਹਾਨ ਸੂਰਬੀਰਾਂ, ਜਿਨ੍ਹਾਂ ਗੁਰੂ ਧਾਮਾਂ, ਜਿਨ੍ਹਾਂ ਸਪੈਸ਼ਲ ਘਟਨਾਵਾਂ ਉੱਪਰ ਵੀਡੀਓ ਬਣਾ ਕੇ ਸੰਗਤ ਦੀ ਸੇਵਾ ਵਿੱਚ ਪੇਸ਼ ਕਰਨ ਲਈ ਮੈਨੂੰ ਹੁਕਮ ਲਾਇਆ ਗਿਆ ਹੈ। ਇਹ ਆਪ ਜੀ ਦਾ ਹੁਕਮ ਮੇਰੇ ਸਿਰ ਮੱਥੇ ਹੋਵੇਗਾ ਔਰ ਇਹਦੇ ਉੱਤੇ ਮੈਂ ਉਹਦੀ ਪੂਰਾ ਮਿਹਨਤ ਕਰਕੇ, ਪੂਰਾ ਤਾਣ ਲਾ ਕੇ ਆਪ ਜੀ ਨੂੰ ਗੁਰੂ ਇਤਿਹਾਸ ਪੇਸ਼ ਕਰਨ ਦੀ ਦਿਨ ਰਾਤ ਮਿਹਨਤ ਕਰਕੇ ਸੇਵਾ ਕਰਾਂਗਾ, ਕਿਉਂਕਿ ਮੇਰਾ ਆਪਣਾ ਇੱਕ ਤਰੀਕਾ ਹੈ ਕਿ ਕਿਸੇ ਵੀ ਚੀਜ਼ ਨੂੰ, ਕਿਸੇ ਵੀ ਵੀਡੀਓ ਨੂੰ ਬਣਾਉਣ ਤੋਂ ਪਹਿਲਾਂ ਉਹਦੇ ਬਾਰੇ ਜੋ ਕੁਛ ਵੀ ਅੱਜ ਤੱਕ ਛਪਿਆ ਹੈ ਉਹਨੂੰ ਸਾਰੇ ਨੂੰ ਇੱਕ ਵਾਰੀ ਇੱਕ ਨਜ਼ਰ 'ਚ ਵਾਚ ਕਰ ਲੈਣਾ। ਬਹੁਤ ਸਾਰੀਆਂ ਘਟਨਾਵਾਂ, ਬਹੁਤ ਸਾਰੇ ਸੂਰਬੀਰਾਂ ਬਾਰੇ ਮੈਨੂੰ ਕਾਫੀ ਪਹਿਲਾਂ ਹੀ ਪਤਾ ਹੈ, ਲੇਕਿਨ ਫਿਰ ਵੀ ਉਹਨਾਂ ਦੇ ਜੀਵਨ ਉੱਤੇ ਜੋ ਕੁਛ ਵੀ ਛਪਿਆ ਹੈ, ਚਾਹੇ ਉਹ ਹਿੰਦੀ 'ਚ ਹੈ, ਚਾਹੇ ਉਹ ਅੰਗਰੇਜ਼ੀ 'ਚ ਹੈ, ਚਾਹੇ ਉਹ ਪੰਜਾਬੀ 'ਚ ਹੈ, ਉਹਨੂੰ ਸਾਰੇ ਨੂੰ ਕੋਸ਼ਿਸ਼ ਕਰਕੇ ਮੈਂ ਵਾਚਣ ਦਾ ਯਤਨ ਕਰਦਾ ਹਾਂ। ਬਹੁਤ ਸਾਰੇ ਇਤਿਹਾਸ ਦੇ ਸਾਨੂੰ ਸਰੋਤ ਫਾਰਸੀ ਕਿਤਾਬਾਂ 'ਚੋਂ ਮਿਲਦੇ ਨੇ। ਉਹ ਫਾਰਸੀ ਦੀਆਂ ਕਿਤਾਬਾਂ ਦੀਆਂ ਟਰਾਂਸਲੇਸ਼ਨਾਂ ਲੱਭ ਕੇ, ਬਹੁਤੀਆਂ ਫਾਰਸੀ ਕਿਤਾਬਾਂ ਦੀਆਂ ਟਰਾਂਸਲੇਸ਼ਨਾਂ ਅੱਜ ਕੱਲ੍ਹ ਅੰਗਰੇਜ਼ੀ ਦੇ ਵਿੱਚ ਪ੍ਰਾਪਤ ਹੋ ਜਾਂਦੀਆਂ ਨੇ। ਉਹ ਪ੍ਰਾਪਤ ਕਰਕੇ ਉਹਨਾਂ ਵਿੱਚੋਂ ਬਹੁਤ ਖੋਜ ਭਰਪੂਰ ਚੀਜ਼ਾਂ ਮਿਲ ਜਾਂਦੀਆਂ ਨੇ। ਉਹਨਾਂ ਵਿੱਚੋਂ ਫਿਰ ਵਾਚ ਕਰਕੇ ਤੇ ਉਹ ਇੱਕ ਆਪਦੀ ਜਿੰਨਾ ਚਿਰ ਤਸੱਲੀ ਨਾ ਬਣੇ ਉਹਨਾਂ ਚਿਰ ਮੈਂ ਕੋਈ ਵੀ ਵੀਡੀਓ ਜਾਰੀ ਨਹੀਂ ਕਰਦਾ। ਤੋ ਮੇਰੇ ਕਦਰਦਾਨਾਂ ਨੇ, ਮੇਰੇ ਵੀਰਾਂ ਨੇ, ਮੇਰੇ ਉਹਨਾਂ ਮਿੱਤਰਾਂ ਨੇ ਜਿਨ੍ਹਾਂ ਨੇ ਮੈਨੂੰ ਇਹ ਹੁਕਮ ਲਾਏ ਨੇ, ਤਾਂ ਕਿ ਉਹਨਾਂ ਨੂੰ ਇੱਕ ਇੱਕ ਚੀਜ਼ ਦੀ ਤਹਿ ਤੱਕ ਜਾ ਕੇ ਮੈਂ ਜਾਣਕਾਰੀ ਦੇ ਸਕਾਂ। ਇਹ ਦਾਸ ਦੀ ਦਿਲੀ ਇੱਛਾ ਹੈ, ਇਹ ਮੇਰੀ ਇਲਤਜਾ ਹੈ। ਆਪਾਂ ਅੱਜ ਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਾਂ ਮੈਂ ਕਿ ਜਿਸ ਤਰ੍ਹਾਂ ਪਹਿਲੀਆਂ ਜਿੰਨੀਆਂ ਕੁ ਵੀਡੀਓ ਨੇ ਆਪ ਜੀ ਨੇ ਆਪ ਮੁਹਾਰਾ ਉਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਪਹੁੰਚਾਉਣ ਦਾ ਜੋ ਯੋਗਦਾਨ ਦਿੱਤਾ ਹੈ, ਮੈਂ ਉਹਦੇ ਤੇ ਆਪ ਜੀ ਦਾ ਧੰਨਵਾਦੀ ਹਾਂ। ਔਰ ਅਗਾਂਹ ਤੋਂ ਫਿਰ ਬੇਨਤੀ ਕਰਾਂਗਾ ਕਿ ਆਪ ਜੀ ਵੱਧ ਤੋਂ ਵੱਧ ਇਹਨਾਂ ਵੀਡੀਓ ਨੂੰ ਸਬਸਕ੍ਰਾਈਬ ਕਰੋ ਔਰ ਆਪਣੇ ਤੋਂ ਅੱਗੇ ਤੋਂ ਫਿਰ ਅੱਗੇ ਤੇ ਅੱਗੇ ਪਹੁੰਚਾਉਣ ਦਾ ਵੱਡਾ ਯੋਗਦਾਨ ਪਾਓ, ਜਿਹਦੇ ਨਾਲ ਕਿ ਇਹ ਜਿਹੜਾ ਸਾਡੇ ਮਾਣਯੋਗ ਇਤਿਹਾਸਕ ਪੱਤਰੇ ਨੇ, ਜਿੱਥੇ ਸਾਡਾ ਇਹ ਵੱਡਮੁੱਲਾ ਇਤਿਹਾਸ ਹੈ, ਇਹ ਵੱਧ ਤੋਂ ਵੱਧ ਸਾਡੀ ਕੌਮ ਦੇ ਹਰ ਉਸ ਵਿਅਕਤੀ ਤੱਕ ਪਹੁੰਚੇ ਜੋ ਅੱਜ ਦੇ ਯੁੱਗ ਵਿੱਚ, ਅੱਜ ਦੀ ਦੌੜ ਵਿੱਚ ਕਿਤਾਬਾਂ ਪੜ੍ਹਨ ਤੋਂ ਅਸਮਰੱਥ ਹੈ, ਸਮੇਂ ਦੀ ਘਾਟ ਕਰਕੇ, ਮਿਹਨਤ ਦੀ ਕਰਕੇ। ਔਰ ਬਹੁਤ ਸਾਰੇ ਲੋਕਾਂ ਕੋਲ ਅੱਜ ਕੱਲ੍ਹ ਇਸ ਚੀਜ਼ ਦੀ ਸਮੇਂ ਦੀ ਵੀ ਘਾਟ ਆ ਗਈ। ਕਿਤਾਬਾਂ ਕਿੱਥੋਂ ਪ੍ਰਾਪਤ ਹੋਣੀ ਹੈ, ਉਹ ਸਾਰਾ ਕੁਛ ਆ ਜਾਂਦਾ ਹੈ। ਅਸੀਂ ਇਕੱਲੀਆਂ ਕਿਤਾਬਾਂ ਹੀ ਨਹੀਂ, ਬਲਕਿ ਉਹਨਾਂ ਇਲਾਕਿਆਂ ਵਿੱਚ ਜਾ ਕੇ ਉਹਨਾਂ ਵਿਅਕਤੀਆਂ ਬਾਰੇ ਹੋਰ ਵੀ ਜਾਣਕਾਰੀ ਇਕੱਠੀ ਕਰਨੀ ਆ, ਉਹਨਾਂ ਦੇ ਬਾਰੇ ਖੋਜ ਕਰਨੀ ਆ। ਉਹ ਸਾਰਾ ਕੁਛ ਕਰਕੇ ਆਪ ਜੀ ਦੇ ਅੱਗੇ ਇਹ ਵੀਡੀਓ ਪੇਸ਼ ਕੀਤੀਆਂ ਜਾਂਦੀਆਂ ਨੇ। ਸਾਡਾ ਇਹ ਕਰਤੱਵ ਹੈ ਕਿ ਇਤਿਹਾਸ ਜੋ
ਕੌਮਾਂ ਦੀ ਜਿੰਦ ਜਾਨ ਹੈ ਉਹ ਕੌਮ ਦੇ ਅੱਗੇ ਰੱਖਿਆ ਜਾਏ ਤਾਂ ਕਿ ਸਾਡੀ ਕੌਮ ਇਤਿਹਾਸ ਤੋਂ ਵਾਕਫ ਹੋ ਕੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਇਸੇ ਤਰ੍ਹਾਂ ਜਿਸ ਤਰ੍ਹਾਂ ਕਿ ਅੱਜ ਸਾਡੀ ਕੌਮ ਚੜ੍ਹਦੀ ਕਲਾ 'ਚ ਚੱਲ ਰਹੀ ਹੈ, ਇਹ ਅਗਾਂਹ ਪੀੜ੍ਹੀ ਦਰ ਪੀੜ੍ਹੀ ਇਤਿਹਾਸ ਤੋਂ ਵਾਕਫ ਹੋ ਕੇ ਇਹ ਚੜ੍ਹਦੀ ਕਲਾ ਵਿੱਚ ਇਸੇ ਤਰ੍ਹਾਂ ਹੀ ਬਰਕਰਾਰ ਰਹੇ, ਇਹ ਦਾਸ ਦੀ ਦਿਲੀ ਇੱਛਾ ਹੈ। ਅੱਜ ਆਪਾਂ ਹਮੇਸ਼ਾ ਦੀ ਤਰ੍ਹਾਂ ਇੱਕ ਹੋਰ ਮਹਾਨ ਸ਼ਖਸੀਅਤ ਉੱਤੇ ਵਿਚਾਰ ਕਰਾਂਗੇ, ਜਿਨ੍ਹਾਂ ਨੇ 11 ਮਾਰਚ 1783 ਈਸਵੀ ਨੂੰ ਦਿੱਲੀ ਫਤਿਹ ਕੀਤੀ ਸੀ। ਮੇਰੀ ਮੁਰਾਦ ਮਹਾਨ ਜਰਨੈਲ ਸਰਦਾਰ ਬਘੇਲ ਸਿੰਘ ਧਾਰੀਵਾਲ ਸਾਹਿਬ ਤੋਂ ਹੈ, ਜਿਨ੍ਹਾਂ ਨੇ ਉਸ ਜ਼ਮਾਨੇ ਦੇ ਵਿੱਚ ਦਿੱਲੀ ਫਤਿਹ ਕੀਤਾ ਸੀ। ਸਰਦਾਰ ਬਘੇਲ ਸਿੰਘ ਹੋਰਾਂ ਦਾ ਜਨਮ ਅੱਜ ਦੇ ਮੌਜੂਦਾ ਤਰਨਤਾਰਨ ਡਿਸਟ੍ਰਿਕਟ ਦੇ ਪਿੰਡ ਝਬਾਲ ਦੇ ਵਿੱਚ ਜੱਟ ਸਿੱਖ ਧਾਰੀਵਾਲ ਪਰਿਵਾਰ ਦੇ ਵਿੱਚ ਹੋਇਆ। ਆਪ ਬਚਪਨ ਤੋਂ ਹੀ ਧਾਰਮਿਕ ਬਿਰਤੀ ਦੇ ਸਨ ਔਰ ਦਲ ਖਾਲਸਾ ਦੇ ਵਿੱਚ ਜਾ ਕੇ ਛੋਟੀ ਜਿਹੀ ਉਮਰ ਵਿੱਚ ਹੀ ਆਪ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਔਰ ਦਲ ਖਾਲਸਾ ਦਾ ਮੈਂਬਰ ਬਣ ਕੇ ਉੱਥੋਂ ਹੀ ਆਪ ਜੀ ਨੇ ਸ਼ਸਤਰ ਵਿੱਦਿਆ ਸਿੱਖੀ ਔਰ ਜਦੋਂ ਆਪ ਜਵਾਨ ਹੋਏ ਤੇ ਪੂਰੀ ਤਰ੍ਹਾਂ ਹਥਿਆਰਬੰਦ ਸਨ, ਪੂਰੀ ਤਰ੍ਹਾਂ ਚੜ੍ਹਦੀ ਕਲਾ ਵਾਲੇ ਅੰਮ੍ਰਿਤਧਾਰੀ ਯੋਧੇ ਜਰਨੈਲ ਗੁਰਸਿੱਖ ਵਿਅਕਤੀ ਬਣ ਕੇ ਉੱਭਰ ਕੇ ਸਾਹਮਣੇ ਆਏ। ਇਹ ਉਹ ਜ਼ਮਾਨਾ ਹੈ ਜਦੋਂ ਮਿਸਲਾਂ ਸ਼ੁਰੂ ਹੁੰਦੀਆਂ ਨੇ। ਦਲ ਖਾਲਸੇ ਦਾ ਇਕੱਠ ਕਰਕੇ ਮਿਸਲਾਂ ਵਿੱਚ ਵੰਡ ਦਿੱਤਾ ਗਿਆ ਔਰ ਸਰਦਾਰ ਬਘੇਲ ਸਿੰਘ ਸਰਦਾਰ ਕਰੋੜਾ ਸਿੰਘ ਦੇ ਨਾਲ ਕਰੋੜ ਸਿੰਘੀਆ ਮਿਸਲ ਦੇ ਵਿੱਚ ਸ਼ਾਮਲ ਹੋਏ। ਇਹਨਾਂ ਦੇ ਉਸਤਾਦ, ਇਹਨਾਂ ਦੇ ਆਗੂ ਸਰਦਾਰ ਕਰੋੜਾ ਸਿੰਘ ਸਨ ਔਰ ਉਹਨਾਂ ਦੇ ਨਾਮ ਉੱਤੇ ਹੀ ਕਰੋੜਾ ਸਿੰਘੀਆ ਮਿਸਲ ਦਾ ਨਾਮ ਪੈ ਗਿਆ। ਇਹਨਾਂ ਦੇ ਕੋਲ ਲਗਭਗ ਪੰਜਾਬ ਦਾ ਸਾਰਾ ਦੁਆਬਾ ਸੀ, ਹੁਸ਼ਿਆਰਪੁਰ, ਜਲੰਧਰ, ਇਹ ਸਾਰਾ ਇਲਾਕਾ ਇੱਥੋਂ ਲੈ ਕੇ ਕਰਨਾਲ ਤੱਕ ਇਹਨਾਂ ਕੋਲ ਬਹੁਤ ਲੰਮਾ ਚੌੜਾ ਏਰੀਆ ਸੀ ਔਰ ਸਭ ਤੋਂ ਵੱਡੀ ਮਿਸਲ ਕਰੋੜਾ ਸਿੰਘੀਆ ਮਿਸਲ ਹੀ ਸੀ। ਸਰਦਾਰ ਕਰੋੜਾ ਸਿੰਘ ਤੇ ਚੜ੍ਹਾਈ ਕਰ ਜਾਣ ਤੋਂ ਬਾਅਦ ਮਿਸਲ ਦੇ ਬਾਕੀ ਸਰਦਾਰਾਂ ਨੇ ਉਹਨਾਂ ਦੇ ਭੋਗ ਤੇ ਸਰਦਾਰ ਬਘੇਲ ਸਿੰਘ ਨੂੰ ਮਿਸਲ ਦਾ ਆਗੂ ਥਾਪ ਦਿੱਤਾ ਹੈ। ਸਰਦਾਰ ਬਘੇਲ ਸਿੰਘ ਬਹੁਤ ਸੂਝਵਾਨ, ਨਿਡਰ, ਦਲੇਰ ਔਰ ਚੰਗੇ ਯੋਧੇ ਤੇ ਜਰਨੈਲ ਸਨ। ਆਪ ਨੇ ਆਪਣੀ ਮਿਸਲ ਨੂੰ ਪੰਜਾਬ ਤੋਂ ਬਾਹਰ ਤੱਕ, ਸਹਾਰਨਪੁਰ ਤੱਕ, ਗੰਗਾ ਜਮਨਾ ਦੇ ਸਾਰੇ ਇਲਾਕੇ ਇਹਨਾਂ ਦੀ ਮਿਸਲ ਵਿੱਚ ਆ ਚੁੱਕੇ ਸਨ ਔਰ ਇਹ ਕਿਹਾ ਜਾਂਦਾ ਕਿ ਉਸ ਜ਼ਮਾਨੇ ਦੇ ਵਿੱਚ ਪੰਜਾਬ ਤੋਂ ਦਿੱਲੀ ਜਾਣ ਲਈ ਤੇ ਦਿੱਲੀ ਤੋਂ ਪੰਜਾਬ ਆਉਣ ਲਈ ਕਰੋੜਾ ਸਿੰਘੀਆ ਮਿਸਲ ਦੇ ਸਰਦਾਰਾਂ ਦੀ ਆਗਿਆ ਤੋਂ ਬਗੈਰ ਉਧਰੋਂ ਇੱਧਰ ਜਾਇਆ ਨਹੀਂ ਜਾ ਸਕਦਾ ਸੀ। ਸਰਦਾਰ ਬਘੇਲ ਸਿੰਘ ਦੀ ਮਿਸਲ ਏਡੀ ਵੱਡੀ ਸੀ ਕਿ ਇਹਨਾਂ ਨੇ ਦਿੱਲੀ ਦਾ ਪੂਰਾ ਰਸਤਾ ਬੰਦ ਕੀਤਾ ਹੋਇਆ ਸੀ। ਦਿੱਲੀ ਵਾਲਿਆਂ ਨੇ ਅਗਰ ਪੰਜਾਬ ਵਿੱਚ ਕਿਤੇ ਆਉਣਾ ਹੈ ਤੇ ਉਹ ਸਰਦਾਰ ਬਘੇਲ ਸਿੰਘ ਦੀ ਆਗਿਆ ਤੋਂ ਬਗੈਰ ਨਹੀਂ ਆ ਸਕਦੇ ਸਨ। ਇੱਕ ਜ਼ਮਾਨਾ ਐਸਾ ਆਉਂਦਾ ਹੈ, ਆਪਾਂ ਜ਼ਿਆਦਾ ਜ਼ਿਕਰ ਇਹ ਕਰਨਾ ਹੈ ਕਿ ਸਰਦਾਰ ਬਘੇਲ ਸਿੰਘ ਹੋਰਾਂ ਨੇ ਦਿੱਲੀ ਫਤਿਹ ਕਿਵੇਂ ਕੀਤਾ, ਜ਼ਿਆਦਾ ਕੇਂਦਰਿਤ ਇਸ ਨੂੰ ਰੱਖਣਾ ਹੈ। ਵੈਸੇ ਤੇ ਸਰਦਾਰ ਬਘੇਲ ਸਿੰਘ ਦੇ ਜੀਵਨ ਉੱਤੇ ਬਹੁਤ ਕੁਝ ਬੋਲਿਆ ਜਾ ਸਕਦਾ ਹੈ, ਬਹੁਤ ਵੱਡੀ ਜਾਣਕਾਰੀ ਵਧਾਈ ਜਾ ਸਕਦੀ ਹੈ, ਲੇਕਿਨ ਵੀਡੀਓ ਦਾ ਸਮਾਂ ਸੀਮਤ ਹੁੰਦਾ ਹੈ, ਇਸ ਕਰਕੇ ਸਮਾਂ ਥੋੜ੍ਹਾ ਹੋਣ ਕਰਕੇ ਅਸੀਂ ਜ਼ਿਆਦਾਤਰ ਇਸ ਨੂੰ ਦਿੱਲੀ ਫਤਿਹ ਨਾਲ ਜੋੜਨਾ ਹੈ। ਕਰੋੜਾ ਸਿੰਘੀਆ ਮਿਸਲ ਨੇ ਸਰਦਾਰ ਬਘੇਲ ਸਿੰਘ ਹੋਰਾਂ ਨੇ ਹੁਸ਼ਿਆਰਪੁਰ ਦੇ ਲਾਗੇ
ਇੱਕ ਪਿੰਡ ਸੀ ਹਰਿਆਣਾ, ਉੱਥੇ ਆਪਣੀ ਮਿਸਲ ਦਾ ਹੈਡਕੁਆਟਰ ਬਣਾਇਆ ਹੈ। ਅੱਜ ਵੀ ਇਹਨਾਂ ਦੀ ਯਾਦ ਵਿੱਚ ਉੱਥੇ ਇੱਕ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਹੈ ਔਰ ਇੱਕ ਕਿਲ੍ਹਾ ਹੈ, ਅੱਜ ਵੀ ਮੌਜੂਦ ਹੈ। ਇਸ ਜ਼ਮਾਨੇ ਵਿੱਚ ਮੁਗਲ ਰਾਜ ਬਹੁਤ ਕਮਜ਼ੋਰ ਪੈ ਚੁੱਕਿਆ ਸੀ। ਔਰੰਗਜ਼ੇਬ ਦੇ ਮਰਨ ਤੋਂ 87 ਸਾਲਾਂ ਤੋਂ ਬਾਅਦ ਜਿਹੜਾ ਗੱਦੀ ਤੇ ਬਾਦਸ਼ਾਹ ਸੀ, ਉਸਦਾ ਨਾਮ ਸੀ ਸ਼ਾਹ ਆਲਮ। ਇਹ ਚੌਥਾ ਬਾਦਸ਼ਾਹ ਸੀ ਔਰੰਗਜ਼ੇਬ ਦੀ ਮੌਤ ਤੋਂ ਬਾਅਦ, ਔਰ 87 ਕੁ ਸਾਲ ਦਾ ਸਮਾਂ ਲੰਘ ਚੁੱਕਿਆ ਸੀ। ਮੁਗਲ ਸਾਮਰਾਜ ਵੱਖ-ਵੱਖ ਬਾਦਸ਼ਾਹਾਂ ਤੋਂ ਬਾਅਦ, ਔਰੰਗਜ਼ੇਬ ਤੋਂ ਬਾਅਦ ਜਿੰਨੇ ਕੁ ਬਾਦਸ਼ਾਹ ਆਏ, ਉਹਨਾਂ ਵਿੱਚ ਹੌਲੀ-ਹੌਲੀ ਢਹਿੰਦੀ ਕਲਾ ਨੂੰ ਤੁਰਦਾ ਗਿਆ ਔਰ ਥੱਲੇ ਲੱਗਦਾ ਗਿਆ। ਸ਼ਾਹ ਆਲਮ ਦੇ ਰਾਜ ਦੇ ਸਮੇਂ ਇਹ ਮੁਗਲ ਸਾਮਰਾਜ ਬਹੁਤ ਕਮਜ਼ੋਰ ਹੋ ਗਿਆ ਤੇ ਸ਼ਾਹ ਆਲਮ ਬਜਾਤੇ ਖੁਦ ਆਪ ਵੀ ਬਹੁਤ ਕਮਜ਼ੋਰ ਤੇ ਸ਼ਰਾਬੀ ਤਬੀਅਤ ਦਾ ਆਦਮੀ ਸੀ। ਉਸਦੇ ਦਰਬਾਰ ਵਿੱਚ 3-4 ਐਸੇ ਉਹਦੇ ਸਲਾਹਕਾਰ ਸਨ ਜੋ ਆਪ ਆਪਣੀ ਮਰਜ਼ੀ ਨਾਲ ਹੀ ਰਾਜ ਪ੍ਰਬੰਧ ਚਲਾਉਂਦੇ ਸਨ। ਸ਼ਾਹ ਆਲਮ ਨੂੰ ਉਹ ਬਹੁਤਾ ਪੁੱਛਦੇ ਹੀ ਨਹੀਂ ਸਨ। ਇਸ ਤਰ੍ਹਾਂ ਦੇ ਹਾਲਾਤਾਂ ਨੂੰ ਵੇਖ ਕੇ ਮਰਾਠਿਆਂ ਨੇ ਸੋਚਿਆ ਕਿਉਂ ਨਾ ਦਿੱਲੀ ਤੇ ਕਬਜ਼ਾ ਕਰ ਲਿਆ ਜਾਏ। ਮਰਾਠਿਆਂ ਨੇ ਦਿੱਲੀ ਦੇ ਉੱਤੇ ਹਮਲਾ ਕੀਤਾ। ਸ਼ਾਹ ਆਲਮ ਲਾਲ ਕਿਲ੍ਹਾ ਛੱਡ ਕੇ ਦੌੜ ਗਿਆ। ਮਰਾਠਿਆਂ ਨੇ ਲਾਲ ਕਿਲ੍ਹੇ ਉੱਤੇ ਕਬਜ਼ਾ ਕਰਕੇ ਦਿੱਲੀ 'ਚ ਲੁੱਟ ਮਚਾ ਦਿੱਤੀ। ਅਜੇ ਥੋੜ੍ਹਾ ਹੀ ਚਿਰ ਹੋਇਆ ਸੀ ਦਿੱਲੀ ਫਤਿਹ ਕੀਤੇ ਨੂੰ, ਜਦੋਂ ਪਤਾ ਲੱਗਾ ਅੰਗਰੇਜ਼ਾਂ ਨੂੰ, ਤਾਂ ਅੰਗਰੇਜ਼ ਅਫਸਰਾਂ ਨੇ ਸੋਚਿਆ ਕਿ ਕਿਉਂ ਨਾ ਇਹ ਮਰਾਠਿਆਂ ਨੂੰ ਭਜਾ ਕੇ ਦਿੱਲੀ ਤੇ ਕਬਜ਼ਾ ਅਸੀਂ ਕਰ ਦਈਏ, ਕਿਉਂਕਿ ਉਹਨਾਂ ਦੀ ਵੀ ਬੜੀ ਦੇਰ ਤੋਂ ਦਿੱਲੀ ਦੇ ਉੱਤੇ ਕਬਜ਼ਾ ਕਰਨ ਦੀ ਅੱਖ ਸੀ। ਔਰ ਇੱਕ ਵੱਡਾ ਲਸ਼ਕਰ ਲੈ ਕੇ ਅੰਗਰੇਜ਼ਾਂ ਨੇ ਦਿੱਲੀ ਉੱਤੇ ਚੜ੍ਹਾਈ ਕਰ ਦਿੱਤੀ। ਜਦੋਂ ਅੰਗਰੇਜ਼ ਫੌਜ ਨੂੰ ਦਿੱਲੀ ਵੱਲ ਆਉਂਦਿਆਂ ਸੁਣਿਆ ਮਰਾਠਿਆਂ ਨੇ, ਤੇ ਮਰਾਠੇ ਕਿਲ੍ਹਾ ਛੱਡ ਕੇ ਦੌੜ ਗਏ। ਸ਼ਾਹ ਆਲਮ ਨੇ ਫੇਰ ਆ ਕੇ ਲਾਲ ਕਿਲ੍ਹੇ ਵਿੱਚ ਪ੍ਰਵੇਸ਼ ਕਰ ਲਿਆ। ਹੁਣ ਦੂਜੇ ਪਾਸੋਂ ਅੰਗਰੇਜ਼ ਆ ਰਹੇ ਨੇ। ਸਲਾਹਕਾਰਾਂ ਨਾਲ ਸਲਾਹ ਕੀਤੀ। ਸਲਾਹਕਾਰ ਪਹਿਲਾਂ ਤੋਂ ਹੀ ਆਪ ਹੀ ਚਲਾ ਰਹੇ ਸਨ ਪ੍ਰਬੰਧ। ਸਲਾਹਕਾਰਾਂ ਨਾਲ ਸਲਾਹ ਕੀਤੀ ਤੇ ਉਹਨਾਂ ਨੇ ਇਹ ਸਲਾਹ ਦਿੱਤੀ ਕਿ ਤੁਸੀਂ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਕੋਲੋਂ ਮਦਦ ਮੰਗੋ। ਕਿਹਨਾਂ ਵਾਸਤੇ? ਅੰਗਰੇਜ਼ਾਂ ਨੂੰ ਭਜਾਉਣ ਵਾਸਤੇ, ਕਿਉਂਕਿ ਅੰਗਰੇਜ਼ ਜਰਨੈਲ ਆਲਟਰ ਲਿਊਜੀ ਬਹੁਤ ਵੱਡੀ ਫੌਜ ਲੈ ਕੇ ਦਿੱਲੀ ਵੱਲ ਵਧ ਰਿਹਾ ਸੀ। ਸ਼ਾਹ ਆਲਮ ਨੇ ਆਪਣੇ 2 ਸੂਝਵਾਨ ਸਲਾਹਕਾਰਾਂ ਨੂੰ ਸਰਦਾਰ ਬਘੇਲ ਸਿੰਘ ਹੋਰਾਂ ਕੋਲ ਭੇਜਿਆ। ਉਹਨਾਂ ਨੇ ਆ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਸਾਡੀ ਮਦਦ ਕੀਤੀ ਜਾਏ। ਘਰ ਚੱਲ ਕੇ ਕਿਉਂਕਿ ਆਏ ਸਨ, ਤੇ ਘਰ ਚੱਲ ਕੇ ਆਏ ਫਰਿਆਦੀ ਦੀ ਮਦਦ ਕਰਨਾ ਸਿੱਖਾਂ ਦੇ ਖੂਨ ਵਿੱਚ ਹੈ। ਸਿੱਖਾਂ ਨੂੰ ਗੁੜਤੀ ਦਿੱਤੀ ਹੈ 10ਵੇਂ ਪਾਤਸ਼ਾਹ ਨੇ ਕਿ ਘਰ ਚੱਲ ਕੇ ਆਏ ਫਰਿਆਦੀ, ਭਾਵੇਂ ਉਹ ਦੁਸ਼ਮਣ ਕਿਉਂ ਨਾ ਹੋਵੇ, ਦੁਸ਼ਮਣ ਦੇ ਖਾਨਦਾਨ ਵਿੱਚੋਂ ਕਿਉਂ ਨਾ ਹੋਵੇ, ਉਹ ਕਿਉਂਕਿ ਘਰ ਚੱਲ ਕੇ ਆਇਆ, ਜਦੋਂ ਸ਼ਰਨ ਤੇ ਆ ਗਿਆ ਹੈ, ਉਹਦੀ ਮਦਦ ਕਰਨੀ ਸਾਡਾ ਹੱਕ ਬਣਦਾ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭੰਗਾਣੀ ਦੇ ਜੰਗ ਨਿਰਸਨ ਦੇ 22 ਧਾਰ ਦੇ ਰਾਜਿਆਂ ਨਾਲ ਲੜਨਾ ਪਿਆ ਮਜਬੂਰਨ। ਲੇਕਿਨ ਜਦੋਂ 22 ਧਾਰ ਦੇ ਰਾਜਿਆਂ ਉੱਤੇ ਮੁਗਲਾਂ ਨੇ ਹਮਲੇ ਕੀਤੇ, ਉਦੋਂ ਗੁਰੂ ਗੋਬਿੰਦ ਸਿੰਘ ਨੇ 22 ਧਾਰ ਦੇ ਰਾਜਿਆਂ ਦੀ ਮਦਦ ਕੀਤੀ, ਕਿਉਂਕਿ ਉਹ ਚੱਲ ਕੇ ਫਰਿਆਦ ਲੈ ਕੇ ਆਏ ਸਨ। ਉਹੀ ਚੀਜ਼ ਨੂੰ ਸਰਦਾਰ ਬਘੇਲ ਸਿੰਘ ਨੇ ਅਪਣਾਇਆ, ਕਿਉਂਕਿ ਮੁਗਲਾਂ ਨੇ
सिखां उत्ते बहुत जुल्म कीते सन। गुरु तेग बहादुर महाराज जी की शहादत लाल किले दे बहन वाले उन्हां मुगल सम्राटां ने हुक्म नाल होई। औरंगजेब ते बाबा बंदा सिंह बहादुर की शहादत फर्क सियर ने लाल किले विच बह के हुक्म चला के कीती। तो ये चीज़ां भुल्लण योग नहीं हैं, लेकिन क्योंकि अज वो फरियाद लैके दरबार ते दर ते पहुंचे नहीं, इस करके उन्हां दी मदद कर देना खालसे दा फर्ज बनता है। सरदार बघेल सिंह ने आख्या उन्हां सलाहकारां नूं कि वेखो मेरा दिल्ली उत्ते चढ़ाई करन दा कोई इरादा नहीं। मैनू भी पता है कि दिल्ली दा संघासन इस वेले डावाडोल है, कमजोर है। जे एडी दूरों चल के आके मराठे हमला कर सकते ने, जे अंग्रेज कर सकते ने ते असीं भी कर सकते सां, लेकिन साडा ये करतब नहीं, असीं लुटेरे नहीं। हाँ तुसीं चल के आयो, तुहाडी मदद दे लई असीं जावांगे, सानू चाहे अंग्रेजां नाल टकराउणा पवे, चाहे सानू मराठियां नाल टकराउणा पवे, ਉਹ ਅਸੀਂ ਤਿਆਰ ਹਾਂ। ਲੇਕਿन एक गल तुहानू साडी मननी पएगी कि असीं इत्थों जिन्नी फौज लैके आवांगे, उस फौज का सारा खर्चा अगर तुहाडा तख्त तुहानू वापस मिल जाए दिल्ली का, ते उहदा सारा खर्चा तुसीं सानू अदा करना है। जे तुहाडा तख्त ना मिलिया, जे वो मराठियां दे कब्जे च रह गया, अंग्रेजां दे कब्जे च रह गया, असीं तुहानू तुहाडा राज बहाल करके ना दे सके, फिर असीं तुहाडा खर्च माफ कर देंगे, तुहाडे कोलों कुछ नहीं मंगांगे। लेकिन जे तुहानू राज सिंघासन दोबारा मिलेगा तो तुहानू साडा खर्चा उस वेले जिन्ना भी बनेगा वो तुहानू देना पएगा। खर्चा दा एक एक पैसे का हिसाब तुहानू पूरा दिता जाएगा कि आ खर्च करके असीं आए हाँ, असीं कोई नजायज कोई मुनाफा नहीं कमावांगे इहदे विच। उन्हां सलाहकारां ने शाह आलम दियां वजीरां ने इस गल की हामी भरी जैस की ते वो चले गए। उस तो बाद सरदार बघेल सिंह होरां ने अपनी फौज नाल सलाह की। फौज ने सरदार दे हुक्म नूं सिर मथे ते मन के उन्हां दी हां विच हां मिलाई ते सरदार बघेल सिंह लगभग 30,000 फौज लैके दिल्ली वल चल पिया। सरदार बघेल सिंह जदों करनाल तक पहुंचिया, करनाल तक उन्हां दी अपनी मिसल सी, उन्हां दा अपना इलाका सी। जदों ये करनाल तो बाहर निकलिया, उस वेले ये खबर अंग्रेज जरनैल अल्टन लॉजी नूं मिल गई कि उधरों सिख जरनैल सरदार बघेल सिंह आ रहा है। अल्टन ने जी इस गल तो घबरा गया, सिखां दे नाल टकराउणा उन्हां दे वस नहीं सी, वो रस्ते विचों वापस हो गए। शाह आलम ने सोचिया कि मराठे अंग्रेजां तो डरदे वापस भज गए, अंग्रेज बघेल सिंह होरां तो डर के भज गए, ते मेरा तो रस्ता बिना लड़ाई तो ही, बिना किसी झगड़े तो ही मेरा रस्ता साफ हो गया। ये तो बड़ा वधिया हो गया। जो दोबारा उन्हें राज सिंघासन ते पूरी तरह कब्जा कर लिया, उस तो बाद उन्हें वो नहीं दूसरे सलाहकारां नूं भेजिया कि तुसीं जाके सरदार बघेल सिंह नूं रोक लो कि वो दिल्ली ना आवे। उन्होंने ये खतरा पै गया क्योंकि असल विच वो दिलों बेईमान हो गया कि मेरा काम मुफ्त विच हो गया है ते मैं उन्हां दी फौज दा खर्चा काहदे तो दियां, जदों कि जबान तां कीती होई सी, खर्चा तो हो ही गया। इन्नी फौज लैके चलना, इन्ने घोड़े हाथी लैके उन्हां दा खर्च पट्ठा, फौज दा खान पीन सारा कुछ जिहड़ा है वो खर्चा तो हो गया, लेकिन वो खर्चा देण तो नमुकर हो चुकिया सी। उसने 2 घोड़सवार भेजे, उन्होंने जाके सरदार बघेल सिंह नूं शाह आलम दा पैगाम पहुंचाया कि तुहाडे आउण दी हुण कोई लोड़ नहीं, मराठे भी वापस हो गए ने, अंग्रेज भी वापस हो गए ने, हुण तुसीं ना आओ।
क्योंकि शाह आलम इस गल तो डरदा सी कि मैं पैसे देने नहीं, खर्च मैं देना नहीं, ते ये ना होवे कि मुड़ के बघेल सिंह ही कब्जा कर लै, जिहदे तो डरदे वो भज गए ने, मुड़ के इहदे वास्ते होर किसी ने आउणा भी नहीं ते मुश्किल बन जाएगी। एक दा मार के वेखो, जे रस्ते चों मुड़ जाए तो बहुता चंगा है। जदों उन्हां बंदियां जाके दस्सिया, सरदार बघेल सिंह ने आख्या कोई गल नहीं, इस तरह की कोई गल नहीं, तुसी जो करार कीता सी वो सानू फौज दे खर्चा देण दा, चलो चंगा हो गया, तुहानू मुबारक होवे, तुहानू तुहाडा राज संघासन बिना किसी लड़ाई झगड़े तो, बिना किसी खून खराबे तो दोबारा प्राप्त हो गया, तुहानू इस चीज की मुबारक, ते तुसी मेरी फौज का खर्चा मैनू दे दियो, मैं वापस हो जाना। सलाहकार ने जाके शाह आलम नू उन्हां सुनेहा दे दिता कि वो खर्चा मंगदे ने, थोड़ा जिहा खर्चा सी, लेकिन शाह आलम खर्चा देन तो पहला ही बेईमान हो चुका सी, उन्हें दोबारा कोई गल ही ना की। दोबारा शाह आलम ने, मुगल सरकार ने आपदे दर ते राह विच आके दिल्ली दे बॉर्डरां ते करनाल तो बाहर आके बैठे उन सिंह जरनैलां दी गल सुनन तो इनकार कर दिता। सरदार बघेल सिंह ने अपने साथी मिसलदारां नू, जिन्हां विच उस वेले सिरमौर मिसलदार और ज्यादा सूझवान जिन्हां नू मन्निया जांदा सी, सरदार जस्सा सिंह आहलूवालिया साहिब, उन्हां नू सुनेहा भेजिया। सरदार जस्सा सिंह रामगढ़िया साहिब, उन्हां नू सुनेहा भेजिया, वो भी अपनी अपनी फौजां लेके पहुंच गए। ये सारे जाके दिल्ली इकट्ठे हो गए। सरदार बघेल सिंह ने उन्हां सिख जरनैलां नाल सलाह कीती कि इन्हां ने जबान कीती सी, ये जबान तो भज गए ने, की करना चाहिए। सारियां दा ये सलाह बनी, गुरमता बनिया कि दिल्ली ते हमला कर दिओ, एक बारी फिर पुछ लो, जे नहीं दिंदा तो फिर तुसी दिल्ली ते हमला कर दिओ। सरदार बघेल सिंह होरां ने एक बारी फिर बंदा भेजिया कि तू साडा खर्च दे दे, एवें नजायज खून खराबा ना होवे, नजायज जाना चलिया जाणगियां, असी खर्च साडा दे, असी लैके वापस चले जाने। पर वो बजाए कि खर्च दिंदा, उन्हें दिल्ली शहर दे दरवाजे बंद करा लए ते दिल्ली दियां दीवारां दे उत्ते फौज तैनात कर दित्ती। जरनैलां दी सलाह हुई। सरदार जस्सा सिंह आहलूवालिया ने आख्या दरवाजे बंद हो गए तो फिर की होया, दीवारां तोड़ियां जा सकदियां ने, खालसा अंदर जाण लई आपदे रस्ते आप तैयार कर सकदा है। एक बड़ा वड्डा रुख सी, वो कट के उन्होंने अगों पेंसिल की तरह कट दिया गया ते तोफ दे उत्ते बन के फौज दे नाल, फौज दी जवानां ने तोफ नू पिछा लिजा के फिर भजा के लिया के दीवार च मारना, फिर उसनू पिछे नू लै जाना, पिछों फिर दौड़ के भाज दे के फिर लिया के मारना। इस तरह उन्होंने जदों 10-15-20 मारी, वो वार दीवार ते कीता ते दरबार टुट गई। वो लक्कड़ दीवार दे विचों दी आर पार हो गई, उन्हें मोरा कर दिता। उस मोरी थानी इट्टां तोड़ के रस्ता बना के सरदार बघेल सिंह, सरदार जस्सा सिंह आहलूवालिया, सरदार जस्सा सिंह रामगढ़िया, ये सारे जरनैल उस मोरी थानी अंदर लंघ गए। अंदर एक बड़ा खुला ग्राउंड सी, उस खुले मैदान दे विच जाके उन्होंने फौज खड़ी कर दी। वो दरवाजा अज भी मौजूद है। उस दरवाजे का अज भी दिल्ली दे उस दरवाजे का नाम मोरी गेट करके चलता है। और जिस ग्राउंड दे विच सिखां दियां सिंघां दियां फौजां पहुंचियां, 30,000 के करीब फौज सी, उस ग्राउंड का नाम 30 हज़ारी, अज भी उस जगह का नाम 30 हज़ारी मन्निया गया है। और उत्थे
बाद विच दिल्ली की एक कोर्ट बनाई गई है। उस कोर्ट का नाम ही 30 हजारी कोर्ट रखा गया है। वो 30 हजारी कोर्ट ते वो मोरी गेट वो सिखां दी उस हमले की निशानी अज भी बोलती है। अगे वध के सरदार बघेल सिंह होरां ने किले ते हमला किया ते शाह आलम किला छड्ड के फेर भज गया, क्योंकि जदों लाल किले की उसारी हुई सी, ਇਹਦੇ ਵਿੱਚੋਂ 5 ਸੁਰੰਗਾਂ ਬਣਾਈਆਂ ਗਈਆਂ ਸੀ। ਉਹ ਬੜੀਆਂ ਆਸਾਨ ਸੁਰੰਗਾਂ ਸੀ। ਉਹ ਸ਼ਹਿਰ ਤੋਂ ਉਸ ਵੇਲੇ ਦੇ ਦਿੱਲੀ ਸ਼ਹਿਰ ਚੋਂ ਉਹ ਸੁਰੰਗਾਂ ਬਾਹਰ ਲੈ ਜਾਂਦੀਆਂ ਸੀ। ਉਹ ਉਸ ਵੇਲੇ ਕੋਈ 4-4 5-5 ਕਿਲੋਮੀਟਰ ਲੰਮੀਆਂ ਪੱਥਰ ਦੀਆਂ ਸੁਰੰਗਾਂ ਸਨ। ਉਹਦੇ ਵਿੱਚ ਪੱਥਰ ਦੀ ਚੜਾਈ ਕਰਕੇ ਬੜਾ ਮਜ਼ਬੂਤ ਬਣਾਈਆਂ ਗਈਆਂ ਸਨ। ਉਹਨਾਂ ਦੇ ਵਿੱਚੋਂ ਸਮੇਤ ਘੋੜੇ ਜਿਹੜੇ ਅਸਵਾਰ ਸੁਰੰਗਾਂ ਦੇ ਵਿੱਚੋਂ ਦੀ ਕਿਲੇ ਦੇ ਅੰਦਰੋਂ ਹੀ ਜ਼ਮੀਨ ਦੋਸ਼ ਹੋ ਕੇ ਬਾਹਰ ਨਿਕਲ ਜਾਂਦੀ ਸੀ। ਲਾਲ ਕਿਲਾ ਇੱਕ ਆਪਣੀ ਮਿਸਾਲ ਆਪ ਹੈ। ਇਸ ਨੂੰ ਏਡੇ ਤਗੜੇ ਕਾਰੀਗਰਾਂ ਨੇ ਇੰਨਾ ਲੰਮਾ ਚੌੜਾ ਸਮਾਂ ਲਾ ਕੇ ਦੁਨੀਆ ਭਰ ਦੀ ਇਹਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਬਣਾਈ ਹੈ। ਇਹ ਕਿਸੇ ਵੀਡੀਓ ਦੇ ਵਿੱਚ ਆਪਾਂ ਲਾਲ ਕਿਲੇ ਦਾ ਵੀ ਜ਼ਿਕਰ ਕਰਾਂਗੇ। ਲਾਲ ਕਿਲਾ ਸਾਡੇ ਦੇਸ਼ ਦੀ ਇੱਕ ਬਹੁਤ ਵਧੀਆ ਤੇ ਐਸੀ ਇਮਾਰਤ ਹੈ ਜਿਹਦੇ ਵਿੱਚ ਬਹੁਤ ਵੱਖਰੀ ਕਿਸਮ ਦੀਆਂ ਇੱਕ ਖਾਮੀਆਂ ਨੇ ਜਿਹਦੀਆਂ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ। ਇਹਦੇ ਵਿੱਚ ਠੰਡੇ ਪਾਣੀ ਦੀਆਂ, ਇਹਦੇ ਵਿੱਚ ਗਰਮ ਪਾਣੀ ਦੀਆਂ, ਇਹਦੇ ਵਿੱਚ ਦੀਵਾਨੀ ਆਮ, ਦੀਵਾਨੀ ਖਾਸ, ਬੜਾ ਕੁਛ ਹੈ। ਇਹਨੂੰ ਜਮਨਾ ਦੇ ਪੁਲ ਉੱਤੋਂ ਦੀ ਆ ਕੇ ਸ਼ਾਹਜਹਾਨ ਨੇ ਜਦੋਂ ਇਹ ਬਣ ਕੇ ਤਿਆਰ ਹੋਇਆ ਸੀ ਤੇ ਉਸ ਵੇਲੇ ਜੋਤਸ਼ੀਆਂ ਤੇ ਨਜ਼ੂਮੀਆਂ ਨੇ ਇਹ ਕਿਹਾ ਸੀ ਕਿ ਜੇ ਤੂੰ ਸਿੱਧਾ ਲਾਲ ਕਿਲੇ ਦੇ ਵਿੱਚ ਐਂਟਰ ਕਰੇਗਾ, ਲਾਹੌਰੀ ਗੇਟ ਮੁੱਖ ਗੇਟ ਸੀ, ਤੇ ਹੋ ਸਕਦਾ ਇਹ ਸਮਾਂ ਤੇਰੇ ਵਾਸਤੇ ਸਹੀ ਨਹੀਂ ਹੋਵੇਗਾ। ਜੇ ਤੂੰ ਪਾਣੀ ਦੀ ਚਾਦਰ ਦੇ ਉੱਤੋਂ ਦੀ ਟੱਪ ਕੇ ਜਾਏਗਾ ਤੇ ਤੈਨੂੰ ਇਹ ਕਿਲਾ ਫੜੇਗਾ। ਤੇ ਜਿਹੜਾ ਪਿਛਲੇ ਪਾਸੇ ਜਮਨਾ ਦੇ ਵਾਲੇ ਪਾਸੇ ਗੇਟ ਸੀ, ਉੱਥੇ ਇੱਕ ਵੱਡਾ ਪੁਲ ਬਣਾਇਆ ਗਿਆ, ਵਾਂਸਾਂ ਦਾ ਪੁਲ। ਉਹਦੇ ਉੱਤੋਂ ਦੀ ਫੁੱਲਾਂ ਦੀ ਵਰਖਾ ਕਰਕੇ ਸ਼ਾਹਜਹਾਨ ਇਸ ਕਿਲੇ 'ਚ ਪਹਿਲੀ ਵਾਰੀ ਸ਼ਾਮਲ ਹੋਇਆ ਸੀ। ਇਹ ਗੱਲਾਂ ਕਿਤੇ ਫੇਰ ਕਰਾਂਗੇ, ਇੰਨਾ ਸਮਾਂ ਨਹੀਂ ਹੈ। ਕਿਲੇ ਤੇ ਕਬਜ਼ਾ ਕਰ ਲਿਆ ਗਿਆ। ਹੁਣ ਸਿੰਘ ਇਕੱਠੇ ਹੋਏ, ਗੁਰਮਤਾ ਕੀਤਾ। ਸਭ ਤੋਂ ਪਹਿਲਾਂ ਤਾਂ ਸਿੰਘਾਂ ਨੇ ਹੈਦਰੀ ਝੰਡਾ ਉਤਾਰ ਕੇ ਸਤਿਕਾਰ ਨਾਲ, ਜੋ ਕਿਲੇ ਤੇ ਪਹਿਲਾਂ ਮੁਗਲਾਂ ਦਾ ਹੈਦਰੀ ਝੰਡਾ ਝੁੱਲ ਰਿਹਾ ਸੀ, ਉਹਨੂੰ ਉਤਾਰ ਕੇ ਪਾੜਿਆ ਨਹੀਂ, ਉਹਨੂੰ ਸਤਿਕਾਰ ਨਾਲ ਉਤਾਰਿਆ ਔਰ ਉਹਦੇ ਉੱਤੇ ਖਾਲਸੇ ਦਾ ਨਿਸ਼ਾਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਸਿੰਘਾਂ ਦਾ ਉੱਥੇ ਨਿਸ਼ਾਨ ਸਾਹਿਬ ਝੁਲਾਇਆ ਗਿਆ। ਹੁਣ ਨਿਸ਼ਾਨ ਸਾਹਿਬ ਦੇ ਰੰਗ ਬਾਰੇ ਸਾਡੇ ਕੋਲ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਨੇ। ਕਈਆਂ ਨੇ ਲਿਖਿਆ ਕਿ ਉਸ ਵੇਲੇ ਨਿਸ਼ਾਨ ਸਾਹਿਬ ਗੂੜੇ ਨੀਲੇ ਰੰਗ ਦਾ ਸੀ। ਜਦੋਂ ਗੁਰਦੁਆਰੇ ਮੰਨਤਾਂ ਦੇ ਪ੍ਰਬੰਧ ਕੋਲ ਆਏ ਤੇ ਮੰਨਤਾਂ ਨੇ ਇਹਨੂੰ ਭਗਵੇਂ ਰੰਗ ਵਿੱਚ ਬਦਲ ਦਿੱਤਾ ਤੇ ਇਹ ਰੰਗ ਨੂੰ ਕੇਸਰੀ ਰੰਗ ਕਰ ਦਿੱਤਾ। ਕਈਆਂ ਦੇ ਵਿਚਾਰ ਹਨ ਕਿ ਕੇਸਰੀ ਰੰਗ ਹੀ ਸੀ। ਇਹਦੇ ਬਾਰੇ ਵੱਖ-ਵੱਖ ਰਾਇਆਂ ਨੇ, ਮੈਂ ਸਾਰੀਆਂ ਆਪ ਜੀ ਦੀ ਨਜ਼ਰ ਕਰ ਦਿੱਤੀਆਂ ਨੇ ਕਿ ਪਹਿਲਾਂ ਨਿਸ਼ਾਨ ਸਾਹਿਬ ਨੀਲਾ ਸੀ, ਉਸ ਤੋਂ ਬਾਅਦ ਇਸ ਨੂੰ ਕੇਸਰੀ ਕੀਤਾ ਗਿਆ ਕਿ ਪਹਿਲਾਂ ਹੀ ਕੇਸਰੀ ਸੀ। ਇਹਦੇ ਬਾਰੇ ਫੈਸਲਾ ਉਹਨਾਂ ਲਿਖਤਾਂ ਤੋਂ ਵੱਖ-ਵੱਖ ਰਾਇਆਂ ਤੋਂ ਕੀਤਾ ਜਾ ਸਕਦਾ ਹੈ। ਅਸੀਂ ਉਸ ਰੰਗ ਨੂੰ ਨਾ ਛੇੜੀਏ, ਅਸੀਂ ਇਸ ਝਗੜੇ 'ਚ ਪੈਣਾ ਹੀ ਨਹੀਂਗਾ। ਖਾਲਸੇ ਨੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਤੇ ਦਿੱਲੀ ਉੱਤੇ ਖਾਲਸੇ ਦਾ ਰਾਜ ਹੋ ਗਿਆ। ਲਾਲ ਕਿਲੇ ਦੇ ਉੱਤੇ ਜਿਸ ਰਾਜੇ ਦਾ ਝੰਡਾ ਝੂਲੇ ਉਹਦਾ ਦਿੱਲੀ ਦੇ ਉੱਤੇ ਰਾਜ ਹੁੰਦਾ ਹੈ। ਹੁਣ ਖਾਲਸੇ ਦਾ ਰਾਜ ਸੀ। ਉਸ ਤੋਂ ਬਾਅਦ ਫੈਸਲਾ ਕਰਨਾ ਸੀ ਕਿ ਦਿੱਲੀ ਦੇ ਤਖਤ ਉੱਤੇ ਕਿਹਨੂੰ ਪਾਇਆ ਜਾਏ। ਦਿੱਲੀ ਦੇ ਲਾਲ ਕਿਲੇ ਦੇ ਵਿੱਚ ਉਸ ਵੇਲੇ ਸਿੱਖ ਕੌਮ ਦੇ ਵੱਡੇ 3 ਜਰਨੈਲ ਮੌਜੂਦ ਸਨ।
जिन्हें च सब तो वड्डा जरनैल सरदार जस्सा सिंह आहलूवालिया, जिन्हें कौम दे लई बहुत वड्डी कुर्बानी कीती, जिहदे शरीर दे उत्ते हर जंग विच बेपनाह फट हुंदे सन। और जस्सा सिंह आहलूवालिया कदे भी लोहे दी संजोग पहन के किसी मैदानी जंग विच नहीं सी गया। ਜਦੋਂ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਸੰਜੋਗ ਨਹੀਂ ਪਹਿਨੀ, ਉਹ ਕਹਿੰਦਾ ਕਿ ਮੈਂ ਤੇ ਸ਼ਹੀਦ ਹੋਣ ਵਾਸਤੇ ਆਉਣਾ ਹਰ ਜੰਗ ਵਿੱਚ, ਤੇ ਜੇ ਸੰਜੋਗ ਪਹਿਨੀ ਹੋਵੇਗੀ ਤੇ ਮੇਰੇ ਤੇ ਤਲਵਾਰ ਦਾ ਵਾਰ ਹੀ ਨਹੀਂ ਹੋਣਾ, ਫਿਰ ਮੈਨੂੰ ਸ਼ਹੀਦੀ ਕਿਵੇਂ ਪ੍ਰਾਪਤ ਹੋਵੇਗੀ? ਮੈਂ ਤੇ ਗੁਰੂ ਦੇ ਪ੍ਰਵਾਨ ਚੜ੍ਹਨਾ ਹੈ, ਇਸ ਕਰਕੇ ਮੈਂ ਸੰਜੋਗ ਨਹੀਂ ਪਹਿਨਣੀ। ਇਸ ਤਰ੍ਹਾਂ ਦੇ ਉਹ ਜਰਨੈਲ ਸਨ। ਸਰਦਾਰ ਬਘੇਲ ਸਿੰਘ ਦੇ ਸੱਦੇ ਤੇ ਆਏ ਸਨ। ਹੱਕ ਬਣਦਾ ਸੀ ਸਰਦਾਰ ਬਘੇਲ ਸਿੰਘ ਹੋਰਾਂ ਦਾ। ਸਰਦਾਰ ਬਘੇਲ ਸਿੰਘ ਨੇ ਕਿਹਾ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਕਿ ਇਹ ਜਿਹੜਾ ਦਿੱਲੀ ਦਾ ਤਖਤ ਹੈ, ਜਿਹਦੇ ਤੇ ਕਦੀ ਸ਼ਾਹਜਹਾਨ ਬੈਠਾ ਸੀ, ਜਿਹਦੇ ਤੇ ਕਦੀ ਔਰੰਗਜ਼ੇਬ ਬੈਠਾ ਸੀ, ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਹੋਣ ਦਾ, ਸ਼ਹੀਦ ਕਰ ਦੇਣ ਦਾ ਇਸੇ ਤਖਤ ਤੇ ਬਹਿ ਕੇ ਹੁਕਮ ਚਲਾਇਆ ਸੀ। ਇਸੇ ਤਖਤ ਤੇ ਬਹਿ ਕੇ ਬਾਦਸ਼ਾਹ ਫਰਖਸ਼ੀਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਥੀਆਂ ਸਮੇਤ ਸ਼ਹੀਦ ਕਰ ਦੇਣ ਦਾ ਹੁਕਮ ਸੁਣਾਇਆ ਸੀ। ਅੱਜ ਇਹ ਤਖਤ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਅੱਜ ਸਾਡੇ ਕਬਜ਼ੇ 'ਚ ਆ ਗਿਆ ਹੈ। ਅੱਜ ਇਸ ਤਖਤ ਉੱਤੇ ਗੁਰੂ ਕਾ ਖਾਲਸਾ ਬੈਠੇਗਾ। ਸਰਦਾਰ ਬਘੇਲ ਸਿੰਘ ਹੋਰਾਂ ਨੇ ਸਰਦਾਰ ਜੱਸਾ ਸਿੰਘ ਨੂੰ ਕਿਹਾ ਕਿ ਆਪ ਸਿੱਖ ਕੌਮ ਦੀ ਬਹੁਤ ਸਨਮਾਨਯੋਗ ਸ਼ਖਸੀਅਤ ਹੋ। ਮੇਰੀ ਇਲਤਜਾ ਹੈ, ਮੇਰੀ ਬੇਨਤੀ ਹੈ ਕਿ ਇਸ ਤਖਤ ਉੱਤੇ ਬੈਠ ਕੇ ਦਿੱਲੀ ਦਾ ਬਾਦਸ਼ਾਹ ਅੱਜ ਤੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਐਲਾਨ ਕਰ ਦਿੱਤਾ ਜਾਏ। ਲੇਕਿਨ ਇੱਥੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਆਪਦੀ ਇੱਕ ਰਾਏ ਰੱਖੀ। ਉਹਨਾਂ ਨੇ ਕਿਹਾ ਕਿ ਇਹ ਤਖਤ, ਇਹ ਸਿੰਘਾਸਨ ਸਾਡੇ ਬਹਿਣ ਵਾਸਤੇ ਨਹੀਂ ਹਨ। ਇਹ ਤਖਤ ਤੇ ਸਿੰਘਾਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਨੇ। ਇਹ ਤੇ ਗੁਰੂ ਦਾ ਸਿੰਘਾਸਨ ਹੈ, ਇਹਦੇ ਤੇ ਅਸੀਂ ਨਹੀਂ ਬਹਿ ਸਕਦੇ। ਮੇਰੀ ਨਿੱਜੀ ਰਾਏ ਹੈ ਕਿ ਇਹ ਸਿੰਘਾਸਨ ਉੱਤੇ ਕਿਸੇ ਨੂੰ ਵੀ ਨਾ ਬਿਠਾਇਆ ਜਾਏ। ਸਿੰਘਾਸਨ ਤੇ ਗੁਰੂ ਸਾਹਿਬ ਦਾ ਹੈ। ਅਸੀਂ ਕੌਣ ਹੁੰਦੇ ਹਾਂ ਸਿੰਘਾਸਨਾਂ ਤੇ ਬਹਿਣ ਵਾਲੇ? ਇਹ ਤੇ ਕਿਰਪਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰ ਰਹੇ ਨੇ। ਅੱਜ ਸਾਡੇ ਕੋਲ ਦਿੱਲੀ ਦਾ ਲਾਲ ਕਿਲ੍ਹਾ ਵੀ ਆਇਆ ਹੈ। ਸਰਦਾਰ ਜੱਸਾ ਸਿੰਘ ਰਾਮਗੜੀਆ ਸਾਹਿਬ ਦੀ ਇਸ ਰਾਏ ਨੂੰ ਸੁਣ ਕੇ ਖੜਾ ਹੋ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਵਿਚਾਰ ਰੱਖੇ। ਉਹਨਾਂ ਨੇ ਕਿਹਾ ਕਿ ਮੈਂ ਸਰਦਾਰ ਜੱਸਾ ਸਿੰਘ ਰਾਮਗੜੀਆ ਸਾਹਿਬ ਜੀ ਦੀ ਰਾਏ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਇਹ ਸਿੰਘਾਸਨ ਸਾਡੇ ਨਹੀਂ, ਇਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨੇ। ਇਹਨਾਂ ਉੱਤੇ ਉਹਨਾਂ ਦਾ ਬਿਰਾਜਮਾਨ ਹੋਣਾ ਬਣਦਾ ਹੈ, ਸਾਡਾ ਨਹੀਂ ਬਣਦਾ। ਅਸੀਂ ਕੌਣ ਹੁੰਦੇ? ਇਹ ਬਿਲਕੁਲ ਠੀਕ ਹੈ। ਇਸ ਕਰਕੇ ਮੇਰੀ ਰਾਏ ਹੈ ਕਿ ਕਮ ਸੇ ਕਮ ਮੈਂ ਤੇ ਇਹਦੇ ਤੇ ਬਹਿਣ ਲਈ ਮਾਫੀ ਮੰਗਾਂਗਾ ਆਪ ਚੋਂ ਕਿ ਮੈਨੂੰ ਮਾਫ ਕਰ ਦਿੱਤਾ ਜਾਏ। ਆਪ ਜੀ ਨੇ ਮੈਨੂੰ ਇਸ ਸਿੰਘਾਸਨ ਤੇ ਬਹਿਣ ਲਈ ਜੋ ਪੇਸ਼ਕਸ਼ ਕੀਤੀ ਹੈ, ਉਹਦੇ ਤੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਔਰ ਮੈਂ ਤੁਹਾਡੇ ਨਾਲੋਂ ਜ਼ਿਆਦਾ ਕਹਿੰਦੇ ਧੰਨਵਾਦੀ ਹਾਂ ਗੁਰੂ ਗੋਬਿੰਦ ਸਿੰਘ 10ਵੇਂ ਪਾਤਸ਼ਾਹ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਮੈਨੂੰ ਦਿੱਲੀ ਦੇ ਸਿੰਘਾਸਨ ਤੇ ਬਹਿਣ ਦਾ ਅਵਸਰ ਤੁਸੀਂ ਪ੍ਰਦਾਨ ਕੀਤਾ ਹੈ। ਮੈਂ ਇੱਕ ਅਨਾਥ ਯਤੀਮ ਬੱਚਾ ਸਾਂ ਤੇ ਮੈਂ ਮੇਰੀ ਮਾਤਾ ਨਾਲ, ਮਾਤਾ ਸੁੰਜਦੀ ਜੀ ਦੀ ਸ਼ਰਨ ਵਿੱਚ ਆ ਕੇ ਅਸਾਂ ਦਿਨ ਕੱਟੀ ਕੀਤੇ। ਔਰ ਮੇਰੀ ਕੌਮ ਨੇ ਮੈਨੂੰ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਪਹੁੰਚਾ ਦਿੱਤਾ, ਕਿਉਂਕਿ ਮੈਨੂੰ ਮੇਰੇ ਉਸਤਾਦ ਨਵਾਬ ਕਪੂਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਮੈਂ ਘੋੜਿਆਂ ਦੀ ਲਿਦ ਚੁੱਕਦਾ ਸਾਂ ਤੇ ਕੌਮ ਨੇ ਮੈਨੂੰ ਨਵਾਬੀ ਬਖਸ਼ ਦਿੱਤੀ। ਤੂੰ ਇਹਨਾਂ ਦੀ ਸੇਵਾ ਕਰ, ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾ। ਮੈਂ ਦਾਣਾ ਪਾਉਣ ਤੋਂ ਕਿਸੇ ਗੱਲੋਂ ਨਾਰਾਜ਼ ਹੋ ਗਿਆ ਸਾਂ ਤੇ ਉਹਨੇ ਕਿਹਾ ਸੀ, ਬੇਟਾ ਤੂੰ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾ, ਇਹ ਕੌਮ ਬੇਪਰਵਾਹ ਹੈ,
ਜੇ ਮੈਨੂੰ ਨਵਾਬੀ ਬਖਸ਼ ਸਕਦੀ ਹੈ, ਤੈਨੂੰ ਪਤਾ ਨਹੀਂ ਕੀ ਦੇ ਦੇਵੇਗੀ। ਤੇ ਮੈਂ ਅੱਜ ਉਹਦੀ ਕੌਮ ਦਾ ਰਿਣੀ ਹਾਂ ਕਿ ਅੱਜ ਤੁਸੀਂ ਮੈਨੂੰ ਦਿੱਲੀ ਦੇ ਸਿੰਘਾਸਨ ਤੇ ਬੈਠਣ ਦੀ ਪੇਸ਼ਕਸ਼ ਕੀਤੀ ਹੈ। ਤੁਹਾਡੇ ਕਹਿਣ ਮੁਤਾਬਕ ਮੈਂ ਬੈਠ ਗਿਆ, ਲੇਕਿਨ ਇਹ ਸਿੰਘਾਸਨ ਮੇਰੇ ਗੁਰੂ ਦਾ ਹੈ। ਮੈਂ ਨਮਸਕਾਰ ਕਰਨਾ ਉਹਦੇ ਗੁਰੂ ਦੇ ਚਰਨਾਂ 'ਚ। ਇਸ ਕਰਕੇ ਮੈਂ ਇਹ ਸਿੰਘਾਸਨ ਤੇ ਬਹਿਣਾ ਨਹੀਂ ਚਾਹੁੰਦਾ। ਬਾਕੀ ਮੈਂ ਇਹ ਚਾਹਾਂਗਾ ਕਿ ਇਹ ਸਿੰਘਾਸਨ ਇੱਥੋਂ ਪੱਟ ਕੇ ਆਪਾਂ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਗੁਰੂ ਦੇ ਚਰਨਾਂ 'ਚ ਰੱਖ ਦੇਈਏ। ਸਾਰਿਆਂ ਨੇ ਜੈਕਾਰਾ ਛੱਡਿਆ, ਸਾਰਿਆਂ ਦੀ ਰਾਏ ਨਾਲ ਇਹ ਗੱਲ ਪ੍ਰਵਾਨ ਹੋ ਗਈ। ਤੇ ਉਹ ਸਿਰ ਜਿਹਦੇ ਉੱਤੇ ਕਦੇ ਤਖਤੇ ਤਾਊਸ ਰੱਖਿਆ ਜਾਂਦਾ ਸੀ, ਜਿਹਦੇ ਉੱਤੇ ਸ਼ਾਹਜਹਾਨ ਬੈਠਦਾ ਸੀ, ਉਹ ਸਿਰ ਪੱਟ ਕੇ 4 ਵੱਡੀਆਂ ਤੋਪਾਂ ਜੋ ਕਿਲੇ ਦੀ ਸ਼ਿੰਗਾਰ ਵਾਸਤੇ ਉੱਥੇ ਸਨ, ਉਹ 4 ਵੱਡੀਆਂ ਤੋਪਾਂ ਤੇ ਉਹ ਸਿੰਘਾਸਨ ਵਾਲੀ ਸਿਰ ਪੱਟ ਕੇ ਗੱਡਿਆਂ ਤੇ ਰੱਖ ਕੇ ਸਰਦਾਰ ਜੱਸਾ ਸਿੰਘ ਰਾਮਗੜੀਆ ਹੋਰਾਂ ਦੀ ਜ਼ਿੰਮੇਵਾਰੀ ਲਾਈ ਗਈ ਕਿ ਇਹਨਾਂ ਨੂੰ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚਾਓ। ਸਰਦਾਰ ਜੱਸਾ ਸਿੰਘ ਨੇ ਇਹ ਸੇਵਾ ਕੀਤੀ। ਉਹਨਾਂ ਨੇ ਲਾਲ ਕਿਲੇ ਚੋਂ ਉਹ ਸਿਰ ਤੇ 4 ਤੋਪਾਂ ਸ੍ਰੀ ਹਰਿਮੰਦਰ ਸਾਹਿਬ ਲਿਆ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰੱਖ ਕੇ ਅਰਦਾਸ ਕੀਤੀ। ਉਸ ਵੇਲੇ ਹਰਿਮੰਦਰ ਸਾਹਿਬ ਦੀ ਹਿਫਾਜ਼ਤ ਵਾਸਤੇ ਇੱਕ ਛੋਟਾ ਜਿਹਾ ਕਿਲ੍ਹਾ ਬਣ ਰਿਹਾ ਸੀ ਰਾਮਗੜੀਆ ਬਰਾਦਰੀ ਵੱਲੋਂ। ਉਹ ਸੇਲ ਉਹਦੇ ਵਿੱਚ ਸਥਾਪਿਤ ਕੀਤੀ ਗਈ। ਅੱਜ ਵੀ ਉਹ ਯਾਦਗਾਰੀ ਸਿੱਲ, ਜਿਸ ਨੂੰ ਅਸੀਂ ਬੁੰਗਾ ਰਾਮਗੜੀਆ ਕਹਿੰਦੇ ਹਾਂ, ਉਹ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਆਉਂਦਾ ਹੈ। ਉਹਦੇ ਵਿੱਚ ਉਹ ਸਿੱਲ ਅੱਜ ਵੀ ਮੌਜੂਦ ਹੈ। ਮੈਂ ਕਈ ਵਾਰੀ ਵੱਖ-ਵੱਖ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੂੰ ਲਿਖਤੀ ਤੌਰ ਤੇ ਚਿੱਠੀਆਂ ਲਿਖ ਕੇ ਬੇਨਤੀ ਕਰ ਸਕਦੇ ਹਾਂ ਨਾ, ਅਸੀਂ ਬੇਨਤੀਆਂ ਕੀਤੀਆਂ ਨੇ ਕਿ ਪਰਿਕਰਮਾ ਦੇ ਵਿੱਚ ਆਉਂਦਾ ਹੈ ਉਹ ਗੁਰਦੁਆਰਾ, ਮਾਫ ਕਰਨਾ, ਬੁੰਗਾ ਰਾਮਗੜੀਆ, ਲੇਕਿਨ ਉਹਦਾ ਕੋਈ ਰਸਤਾ ਪਰਿਕਰਮਾ 'ਚ ਨਹੀਂ। ਤਾਂ ਉਹਨਾਂ ਨੂੰ ਕਈ ਵਾਰੀ ਬੇਨਤੀ ਕੀਤੀ ਹੈ ਕਿ ਪਰਿਕਰਮਾ ਦੇ ਵਿੱਚੋਂ ਇੱਕ ਗੇਟ ਖੋਲ੍ਹ ਦਿੱਤਾ ਜਾਏ ਤਾਂ ਕਿ ਆਈ ਹੋਈ ਸੰਗਤ ਇਸ ਬੁੰਗੇ ਨੂੰ ਵੀ ਅੰਦਰ ਵੜ ਕੇ ਇਹਦੇ ਵੀ ਦਰਸ਼ਨ ਕਰੇ ਤੇ ਉਹ ਆਪਦੇ ਇਤਿਹਾਸ ਤੋਂ, ਪੁਰਾਤਨ ਇਤਿਹਾਸ ਤੋਂ, ਇਹਦੇ ਤੋਂ ਵੀ ਵਾਕਫ ਹੋਵੇ। ਬਹੁਤ ਸਾਰੀ ਸੰਗਤ ਹਰਿਮੰਦਰ ਸਾਹਿਬ ਬਾਰ-ਬਾਰ ਆਉਣ ਵਾਲੀ ਨੂੰ ਵੀ ਬਹੁਤਿਆਂ ਨੂੰ ਨਹੀਂ ਪਤਾ ਕਿ ਇਹ ਜਿਹੜੀ ਇਮਾਰਤ ਹੈ ਕਾਹਦੀ ਬਣੀ, ਕਾਹਦੇ ਤੋਂ ਬਣੀ, ਔਰ ਉਹ ਸਿੱਲ ਉੱਥੇ ਮੌਜੂਦ ਪਈ ਹੈ। ਉਹ ਸਿੱਲ ਸ਼ਾਹਜਹਾਨ ਨੂੰ ਈਰਾਨ ਤੋਂ ਗਿਫਟ ਕੀਤੀ ਗਈ ਸੀ। ਜਦੋਂ ਇਹ ਕਿਲੇ ਦੀ ਉਸਾਰੀ ਹੋ ਰਹੀ ਸੀ ਨਾ, ਤੇ ਬਹੁਤ ਸਾਰਿਆਂ ਦੇਸ਼ਾਂ ਵਿੱਚੋਂ ਕੀਮਤੀ ਪੱਥਰ ਮੰਗਵਾਏ ਜਾ ਰਹੇ ਸਨ, ਕਿਉਂਕਿ ਸ਼ਾਹਜਹਾਨ ਇਮਾਰਤ ਸਾਜੀ ਦਾ ਬੜਾ ਸ਼ੌਕੀਨ ਸੀ ਤੇ ਇੱਕ ਆਪ ਬਹੁਤ ਇੰਜੀਨੀਅਰ ਮਾਈਂਡ ਬੰਦਾ ਸੀ। ਉਹਦੇ ਵੱਲੋਂ ਬਣਾਈਆਂ ਗਈਆਂ ਇਮਾਰਤਾਂ ਅੱਜ ਵੀ ਦੁਨੀਆ ਵਿੱਚ ਅਜੂਬੇ ਦੇ ਦੌਰ ਵਿੱਚ ਫਿਰਦੀਆਂ ਨੇ। ਭਾਰਤ ਨੂੰ ਜੇ ਬਿਲਡਿੰਗਾਂ ਦੇ ਨਾਲ ਸ਼ਿੰਗਾਰਿਆ ਤੇ ਸ਼ਾਹਜਹਾਨ ਨੇ ਸ਼ਿੰਗਾਰਿਆ। ਉਹਦਾ ਬਣਾਇਆ ਹੋਇਆ ਤਾਜ ਮਹਿਲ ਦੁਨੀਆ ਦੇ ਉਹਨਾਂ ਅਜੂਬਿਆਂ ਵਿੱਚੋਂ ਬਿਹਤਰੀਨ ਬਿਲਡਿੰਗ, ਇਹਦੀ ਸਾਰੀ ਡਿਜ਼ਾਈਨਿੰਗ ਸ਼ਾਹਜਹਾਨ ਨੇ ਆਪ ਕੀਤੀ। ਉਹਦੇ ਵਿੱਚ ਵੀ ਕਈ ਦੇਸ਼ਾਂ ਤੋਂ ਮੰਗਵਾ ਕੇ ਪੱਥਰ ਵੱਖ-ਵੱਖ ਕਿਸਮ ਦੇ ਲਾਏ ਗਏ ਨੇ। ਇਸੇ ਤਰ੍ਹਾਂ ਹੀ ਇਹ ਸਿੱਲ ਈਰਾਨ ਤੋਂ ਨਜੂਮੀਆਂ ਨੇ, ਜੋਤਸ਼ੀਆਂ ਨੇ ਆਪਦੀ ਜੋਤਿਸ਼ ਦੇ ਨਾਲ ਉਹਨੂੰ ਪਵਿੱਤਰ ਬਣਾ ਕੇ ਦਿੱਤੀ ਸੀ ਤੇ ਉਹਨੂੰ ਕਿਹਾ ਸੀ ਕਿ ਇਹਦੇ ਉੱਤੇ ਤੂੰ ਆਪਦਾ ਸਿੰਘਾਸਨ ਰੱਖ ਕੇ ਬਹਿਣਾ। ਤੇ ਇੱਕ ਗੱਲ ਯਾਦ ਰੱਖੀ, ਇਸ ਸਿੱਲ ਦੇ ਸਿੰਘਾਸਨ ਤੇ ਬਹਿ ਕੇ ਜਿੰਨਾ ਚਿਰ ਤੂੰ ਇਨਸਾਫ ਕਰੇਗਾ, ਤੇਰਾ ਰਾਜ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇਗਾ। ਲੇਕਿਨ ਜਦੋਂ ਤੂੰ ਇਸ ਸਿੱਲ ਤੋਂ ਬਹਿ ਕੇ ਤੂੰ ਜਾਂ ਤੇਰੀ ਕੁਲ ਵਿੱਚੋਂ ਕੋਈ ਵੀ ਬੰਦਾ ਇਸ ਸਿੱਲ ਦੇ ਸਿੰਘਾਸਨ ਤੇ ਬਹਿ ਕੇ ਬੇਇਨਸਾਫੀ ਤੇ ਅਤਿਆਚਾਰ ਤੇ ਉਤਰ ਆਏਗਾ, ਉਸ ਦਿਨ ਤੋਂ ਤੁਹਾਡੀ ਪੁੱਠੀ ਗਿਣਤੀ ਸ਼ੁਰੂ ਹੋ ਜਾਏਗੀ। ਤੇ ਇਹ ਗੱਲ ਮੰਨੀ ਜਾਂਦੀ ਹੈ ਕਿ ਸ਼ਾਹਜਹਾਨ ਦੇ ਟਾਈਮ ਇਹ ਰਾਜ ਸਿੰਘਾਸਨ ਵੱਧਦਾ ਰਿਹਾ, ਲੇਕਿਨ ਜਦੋਂ
औरंगजेब आया, उन्हें इत्थे बह के दूजियां दे धर्म खोने शुरू कीते ते इसे सिर ते बह के कहंदे ने कि वो सवा मन जंजू ला के ते फिर खाना खांदा सी। सवा मन जंजू ला के तोल के ते फिर वो रोटी खाया करदा सी। एडा वड्डा अत्याचार इस राज संघर्षण ते इस सिल ते बह के वो आपदे देश दी प्रजा उत्थे करदा सी, क्योंकि प्रजा राजे दी हुंदी है ते ਉਹਦੇ ਵੱਖਰੇ ਵੱਖਰੇ ਧਰਮ ਹੁੰਦੇ ਨੇ ਤੇ ਪ੍ਰਜਾ ਆਪਦੇ ਧਰਮ ਮੁਤਾਬਕ ਜਿਵੇਂ ਮਰਜ਼ੀ ਉਹਦੇ ਧਰਮ ਦੀ ਪੂਜਾ ਕਰੇ। ਰਾਜੇ ਨੂੰ ਉਹ ਪ੍ਰਵਾਨ ਕਰਨੀ ਚਾਹੀਦੀ ਏ। ਰਾਜਾ ਕਿਸੇ ਧਰਮ ਦਾ ਵੀ ਹੋਵੇ, ਉਹ ਸਾਰੀ ਪ੍ਰਜਾ ਨੂੰ ਆਪਦੇ ਧਰਮ ਚ ਲਿਆਵੇਗਾ ਤੇ ਉਹ ਅਤਿਆਚਾਰ ਹੋਵੇਗਾ। ਇਹੀ ਗੱਲ ਔਰੰਗਜ਼ੇਬ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹੀ ਸੀ ਕਿ ਜੇ ਦੀਨ ਦੁਨੀਆ ਦੇ ਮਾਲਕ ਉਸ ਅਕਾਲ ਪੁਰਖ ਨੂੰ ਇਹ ਪ੍ਰਵਾਨ ਸੀ ਕਿ ਮੇਰਾ ਜਨਮ ਹਿੰਦੂ ਘਰ ਹੋਇਆ ਹੈ ਤੇ ਇਹ ਉਹਨੇ ਕੀਤਾ ਹੈ, ਤੇਰਾ ਜਨਮ ਇਸਲਾਮ ਚ ਹੋਇਆ ਹੈ, ਇਹ ਉਸ ਪਰਿਪੂਰਨ ਪਰਮਾਤਮਾ ਦੇ ਵੱਸ ਹੈ। ਤੇ ਜੇ ਉਹਨੇ ਸਾਨੂੰ ਵੱਖਰੇ ਵੱਖਰੇ ਧਰਮਾਂ ਵਿੱਚ ਜਨਮ ਦੇ ਦਿੱਤਾ ਹੈ ਤੇ ਸਾਨੂੰ ਦੂਜਿਆਂ ਧਰਮਾਂ ਦਾ ਇੱਜ਼ਤ ਕਰਨੀ ਚਾਹੀਦੀ ਹੈ, ਉਹਨਾਂ ਨੂੰ ਖਤਮ ਨਹੀਂ ਕਰਨਾ ਚਾਹੀਦਾ। ਇਹ ਤੇਰੇ ਵੱਲੋਂ ਜ਼ੁਲਮ ਹੋ ਰਿਹਾ ਹੈ। ਬੇਬਾਕ ਹੋ ਕੇ ਨੌਵੇਂ ਪਾਤਸ਼ਾਹ ਨੇ ਭਰੇ ਦਰਬਾਰ ਵਿੱਚ ਔਰੰਗਜ਼ੇਬ ਨੂੰ ਇਹ ਨਸੀਹਤ ਕੀਤੀ। ਉਹ ਸਿਲ ਅੱਜ ਬੌਂਗਾ ਰਾਮਗੜੀਆ ਵਿੱਚ ਮੌਜੂਦ ਹੈ, ਜਿਹੜੀ ਸਿਲ ਉੱਥੋਂ ਰਾਜ ਸਿੰਘਾਸਨ ਦੀ ਪੱਟ ਲੈ ਗਈ। ਹੁਣ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਦਿੱਲੀ ਦੇ ਉੱਤੇ ਕਬਜ਼ਾ ਹੋ ਗਿਆ। ਇਸ ਸਿੱਖਾਂ ਦੇ ਕਬਜ਼ੇ ਨੂੰ ਇੱਕ ਹੋਰ ਵੀ ਬੜੀ ਵੱਡੀ ਹੈਰਾਨਗੀ ਵਾਲੀ ਗੱਲ ਹੈ ਕਿ ਜਦੋਂ ਸਿੱਖਾਂ ਨੇ ਦਿੱਲੀ ਦੇ ਤਖਤ ਤੇ ਕਬਜ਼ਾ ਕੀਤਾ ਤੇ ਦਿੱਲੀ ਦੇ ਜਨਤਾ ਨੇ ਖੁਸ਼ੀ ਮਨਾਈ, ਕਿਉਂਕਿ ਮਰਾਠਿਆਂ ਨੇ ਕੁਝ ਦਿਨਾਂ ਦੇ ਵਿੱਚ ਦਿੱਲੀ ਨੂੰ ਲੁੱਟਣਾ ਤੇ ਵੱਢਣਾ ਸ਼ੁਰੂ ਕਰਤਾ ਸੀ। ਦਿੱਲੀ ਉੱਤੇ ਜਿੰਨੇ ਵੀ ਹਮਲਾਵਰ ਆਉਂਦੇ ਸਨ, ਉਹ ਦਿੱਲੀ ਨੂੰ ਬੁਰੀ ਤਰ੍ਹਾਂ ਲੁੱਟਦੇ ਸਨ। ਘਰ ਘਰ ਜਾ ਕੇ ਲੁੱਟ ਮਾਰ ਕੀਤੀ ਜਾਂਦੀ ਸੀ। ਲੋਕਾਂ ਦੇ ਭਾਂਡੇ ਚੁੱਕ ਲਏ ਜਾਂਦੇ ਸਨ, ਲੋਕਾਂ ਦੇ ਬੱਚੇ ਚੁੱਕ ਲਏ ਜਾਂਦੇ ਸਨ। ਲੋਕਾਂ ਕੋਲ ਬੈਲ, ਗੱਡੀਆਂ, ਹਾਥੀ, ਘੋੜੇ ਜੋ ਵੀ ਖੋਇਆ ਜਾ ਸਕਦਾ ਸੀ ਖੋਹ ਲਿਆ ਜਾਂਦਾ ਸੀ। ਲੇਕਿਨ ਅੱਜ ਪਹਿਲੀ ਵਾਰੀ ਦਿੱਲੀ ਤੇ ਕਬਜ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦਾ ਹੋਇਆ ਹੈ ਤੇ ਕਿਸੇ ਨੂੰ ਕਿਸੇ ਕਿਸਮ ਦਾ ਵੀ ਦੁੱਖ ਨਹੀਂ ਪਹੁੰਚਾਇਆ ਗਿਆ। ਔਰ ਬਜਾਤੇ ਖੁਦ ਜਦੋਂ ਸ਼ਾਹ ਆਲਮ ਉਸ ਸੁਰੰਗ ਥਾਣੀ ਦੌੜਿਆ ਹੈ, ਆਪਦੀਆਂ ਬੇਗਮਾਂ, 3 ਬੇਗਮਾਂ ਉਹਦੀਆਂ ਸਨ, ਉਹਦੇ ਬੱਚੇ ਸਨ, ਪਰਿਵਾਰ ਸਨ, ਬੇਟੀਆਂ ਸਨ, ਉਹ ਸਾਰੀਆਂ ਉਹਦੇ ਮਹਿਲ ਵਿੱਚ ਰਹਿ ਗਈਆਂ। ਸਰਦਾਰ ਬਘੇਲ ਸਿੰਘ ਹੋਰਾਂ ਨੇ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਆਪਣੀ ਸਾਰੀ ਫੌਜ ਨੂੰ ਇਹ ਗੱਲ ਤਾਕੀਦ ਕਰਤੀ ਸੀ ਕਿ ਸ਼ਾਹ ਆਲਮ ਦਾ ਪਰਿਵਾਰ ਉਸ ਮਹਿਲ ਵਿੱਚ ਬੈਠਾ ਹੈ, ਉਹਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਕੋਈ ਰਾਸ਼ਨ ਦੀ ਲੋੜ ਪਵੇ, ਕੁਛ ਪਵੇ, ਉਹਨਾਂ ਨੂੰ ਕਹਿ ਦਿਓ ਕਿ ਜਿਸ ਚੀਜ਼ ਦੀ ਲੋੜ ਹੋਵੇ ਇੱਕ ਬੰਦਾ ਭੇਜ ਦੇਣ, ਉਹਨਾਂ ਨੂੰ ਸਾਰਾ ਕੁਝ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਮੁਹੱਈਆ ਕਰਾਇਆ ਜਾਏਗਾ। ਉਹਨਾਂ ਨੂੰ ਸਾਡੇ ਤੋਂ ਡਰਨ ਤੇ ਘਬਰਾਉਣ ਤੇ ਕਿਤੇ ਜਾਣ ਦੀ ਕੋਈ ਲੋੜ ਨਹੀਂ। ਬਲਕਿ ਸ਼ਾਹ ਆਲਮ ਦੇ ਪਰਿਵਾਰ ਨੇ ਵੀ ਇਸ ਗੱਲ ਨੂੰ ਚੰਗਾ ਮਨਾਇਆ ਕਿ ਹਮਲੇ ਦੇ ਵਿੱਚ ਰਾਜਿਆਂ ਦੇ ਪਰਿਵਾਰਾਂ ਦੇ ਨਾਲ ਜੋ ਜੋ ਬੀਤਦੀ ਏ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਇਹੋ ਜਿਹੇ ਲੋਕ ਨੇ, ਇੱਕ ਇਹੋ ਜਿਹੇ ਸੰਤ ਨੇ, ਇੱਕ ਇਹੋ ਜਿਹੇ ਫਕੀਰ ਨੇ ਜਿਨ੍ਹਾਂ ਨੇ ਅੱਜ ਦਿੱਲੀ ਦੇ ਉੱਤੇ ਕਬਜ਼ਾ ਵੀ ਕੀਤਾ, ਨਾ ਦਿੱਲੀ ਨੂੰ ਲੁੱਟਿਆ, ਨਾ ਸ਼ਾਹ ਆਲਮ ਦੇ ਪਰਿਵਾਰ ਨੂੰ ਕੋਈ ਦੁੱਖ ਪਹੁੰਚਾਇਆ। ਇਹ ਖਬਰਾਂ ਸ਼ਾਹ ਆਲਮ ਨੂੰ ਪਹੁੰਚ ਰਹੀਆਂ ਸਨ। ਸਰਦਾਰ ਜੱਸਾ ਸਿੰਘ ਰਾਮਗੜੀਆ ਉਹ ਸਿਲ ਤੇ 4 ਤੋਪਾਂ ਲੈ ਕੇ ਅੰਮ੍ਰਿਤਸਰ ਨੂੰ ਚਲੇ ਗਏ। ਦਿੱਲੀ ਫਤਿਹ ਹੋਣ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਰਦਾਰ ਬਘੇਲ ਸਿੰਘ ਹੋਰਾਂ ਤੋਂ ਛੁੱਟੀ ਲੈ ਕੇ ਉਹ ਵੀ ਚਲੇ ਗਏ। ਹੁਣ ਸਰਦਾਰ ਬਘੇਲ ਸਿੰਘ ਤੇ ਉਹਨਾਂ ਦੇ ਸਿਪਾਹੀ ਜਿਹੜੇ ਉਹ ਲਾਲ ਕਿਲੇ ਦੇ ਵਿੱਚ ਬੈਠੇ ਨੇ। ਸ਼ਾਹ ਆਲਮ ਨੇ ਸੋਚਿਆ ਕਿ ਮੈਂ ਲਾਲ ਕਿਲੇ ਉੱਤੇ ਹਮਲਾ ਕਰਾਂ, ਲੇਕਿਨ ਉਹਦੇ ਸਲਾਹਕਾਰਾਂ ਨੇ ਦੱਸਿਆ ਕਿ ਤੂੰ
ਇੰਨੀ ਤਾਕਤ ਨਹੀਂ ਰੱਖਦਾ ਕਿ ਤੂੰ ਸਰਦਾਰ ਬਘੇਲ ਸਿੰਘ ਨੂੰ ਜਿੱਤ ਲਵੇਂ। ਇਸ ਕਰਕੇ ਐਵੇਂ ਖੂਨ ਖਰਾਬਾ ਨਾ ਕਰ। ਉਹਨੇ ਕਿਹਾ ਫਿਰ ਉਹਨਾਂ ਨਾਲ ਕੋਈ ਮੇਰੀ ਸੁਲਾਹ ਹੋ ਜਾਏ। ਸੁਲਾਹ ਵਾਸਤੇ ਬੰਦਾ ਭਾਲਣਾ ਸ਼ੁਰੂ ਕਰ ਦਿੱਤਾ। ਭਾਲਦਿਆਂ ਕੋਈ ਬੰਦਾ ਡਰਦਾ ਗਾਂਹ ਨਾ ਹੋਵੇ, ਕਿਉਂਕਿ ਸ਼ਾਹ ਆਲਮ ਬੇਜ਼ਬਾਨਾ ਸੀ, ਗਲਤ ਸੀ। ਜੇ ਖਰਚ ਦੇ ਦਿੰਦਾ ਤੇ ਸਰਦਾਰ ਬਘੇਲ ਸਿੰਘ ਵਾਪਸ ਹੋ ਜਾਂਦਾ। ਮਰਾਠਿਆਂ ਤੇ ਅੰਗਰੇਜ਼ਾਂ ਉੱਤੇ ਇਹ ਦਹਿਸ਼ਤ ਬਣੀ ਰਹਿਣੀ ਸੀ ਕਿ ਸ਼ਾਹ ਆਲਮ ਦੀ ਦੋਸਤੀ ਸਰਦਾਰ ਬਘੇਲ ਸਿੰਘ ਨਾਲ ਹੈ, ਇਸ ਕਰਕੇ ਉਹ ਡਰਦੇ ਹੀ ਬੈਠੇ ਰਹਿੰਦੇ। ਇਹਦੇ ਉੱਤੇ ਕੋਈ ਹਮਲਾ ਹੋਣਾ ਹੀ ਨਹੀਂ ਸੀ, ਇਹਨੂੰ ਕੋਈ ਡਰ ਹੀ ਨਹੀਂ ਸੀ ਰਹਿਣਾ। ਲੇਕਿਨ ਬਾਦਾਕਲੀ ਕਰਕੇ ਉਸਨੇ ਕੰਮ ਗਵਾ ਲਿਆ। ਹੁਣ ਸਮਝੌਤਾ ਕਰਾਉਣ ਦੇ ਲਈ ਉਹਨਾਂ ਨੇ ਭਾਲ ਕੀਤੀ ਤੇ ਇੱਕ ਬੇਗਮ ਸਮਰੂ ਤੱਕ ਪਹੁੰਚ ਕੀਤੀ। ਬੇਗਮ ਸਮਰੂ ਨੂੰ ਜੋ ਦਿੱਲੀ ਦੇ ਲਾਗੇ ਸੁਲਤਾਨਾ ਰਿਆਸਤ ਦੀ ਉਹ ਹੁਕਮਰਾਨ ਸੀ, ਉਹਦੇ ਤੱਕ ਪਹੁੰਚ ਕੀਤੀ ਵੀ ਤੂੰ ਸਾਡੀ ਸੁਲਾਹ ਸਰਦਾਰ ਬਘੇਲ ਸਿੰਘ ਨਾਲ ਕਰਾ ਦੇ। ਬੇਗਮ ਸਮਰੂ ਸਰਦਾਰ ਬਘੇਲ ਸਿੰਘ ਦੀ ਮੂੰਹ ਬੋਲੀ ਭੈਣ ਸੀ, ਕਿਉਂਕਿ ਉਹ ਮੁਸਲਮਾਨ ਔਰਤ ਸੀ। ਉਸਨੇ ਸ਼ਾਦੀ ਇੱਕ ਅੰਗਰੇਜ਼ ਅਫਸਰ ਨਾਲ ਕੀਤੀ ਸੀ। ਇੱਕ ਦਿਨ ਜਦੋਂ ਉਹ ਵਾਪਸ ਆਪਣੇ ਪੇਕੇ ਆ ਰਹੀ ਸੀ ਤੇ ਉਹਦੀ ਡੋਲੀ ਚੁੱਕ ਕੇ ਮੁਸਲਮਾਨ ਲੋਕ ਚੁੱਕ ਕੇ ਡੋਲੀ ਲੈ ਕੇ ਆ ਰਹੇ ਸਨ। ਸਿੱਖ ਸਿਪਾਹੀਆਂ ਨੇ ਸੋਚਿਆ ਕਿ ਇਹ ਸ਼ਾਇਦ ਕੋਈ ਮੁਸਲਮਾਨ ਕਿਸੇ ਹਿੰਦੂ ਲੜਕੀ ਦਾ ਡੋਲਾ ਚੁੱਕ ਕੇ ਖੋਹ ਕੇ ਲੈ ਕੇ ਜਾ ਰਹੇ ਨੇ। ਉਹਨਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ। ਜਦੋਂ ਸਰਦਾਰ ਬਘੇਲ ਸਿੰਘ ਨੂੰ ਪਤਾ ਲੱਗਿਆ ਕਿ ਇਹ ਤਾਂ ਇਹਦੇ ਕੁਹਾਰ ਸਨ ਡੋਲੀ ਚੁੱਕ ਕੇ ਲਿਜਾਣ ਵਾਲੇ, ਉਹ ਛੱਡ ਕੇ ਭੱਜ ਗਏ। ਸਰਦਾਰ ਬਘੇਲ ਸਿੰਘ ਨੇ ਕਿਹਾ ਕਿ ਇਸ ਲੜਕੀ ਨੂੰ ਪੁੱਛੋ ਇਹਨੇ ਜਾਣਾ ਕਿੱਥੇ ਆ, ਤੇ 5 ਸਿੰਘ ਹਿਫਾਜ਼ਤ ਨਾਲ ਇਹਨੂੰ ਉਸ ਜਗ੍ਹਾ ਤੇ ਪਹੁੰਚਾ ਕੇ ਆਉਣ। ਤਾਂ ਬੇਗਮ ਸਮਰੂ ਨੂੰ ਜਿੱਥੇ ਉਹਨੇ ਦੱਸਿਆ ਸੀ ਉਸ ਜਗ੍ਹਾ ਤੇ 5 ਸਿੰਘ ਜਾ ਕੇ ਪਹੁੰਚਾ ਕੇ ਆਏ। ਉਹਨੇ ਇਹ ਸੁਣਿਆ ਸੀ ਅੱਜ ਤੱਕ ਕਿ ਜਿਹੜੀ ਡੋਲੇ ਸੀ ਖੋਹ ਲੈ ਜਾਂਦੇ ਸੀ ਤੇ ਉਹਨਾਂ ਔਰਤਾਂ ਨਾਲ ਜੋ ਅਤਿਆਚਾਰ ਹੁੰਦਾ ਸੀ, ਲੇਕਿਨ ਇਹ ਤੇ ਇੱਕ ਅਜੀਬ ਘਟਨਾ ਵਾਪਰ ਗਈ ਕਿ ਮੈਨੂੰ ਹਿਫਾਜ਼ਤ ਨਾਲ ਇਹਨਾਂ ਸਿੰਘਾਂ ਨੇ ਪਛਾਤਾ। ਉਸ ਦਿਨ ਤੋਂ ਇਹਨੂੰ ਦੇ ਦਿਲ ਵਿੱਚ ਸਰਦਾਰ ਬਘੇਲ ਸਿੰਘ ਦਾ ਬੜਾ ਕਦਰ ਹੋਇਆ। ਅਸਲ ਵਿੱਚ ਇਹ ਸਿੱਖਾਂ ਦਾ ਕਰੈਕਟਰ ਸੀ, ਅਸਲ ਵਿੱਚ ਇਹ ਸਿੱਖਾਂ ਦਾ ਅਖਲਾਕ ਸੀ ਕਿ ਕਿਸੇ ਤੇ ਹਮਲਾ ਵੀ ਕਰਦੇ ਸੀ ਤੇ ਉਹਨੂੰ ਦੁੱਖ ਨਹੀਂ ਸੀ ਪਹੁੰਚਾਉਂਦੇ। ਜੇ ਚੜ੍ਹਾਈ ਹੁੰਦੀ ਸੀ, ਲੜਾਈ ਹੁੰਦੀ ਸੀ, ਤੇ ਲੜਾਈ ਦਾ ਕਾਰਨ ਵੀ ਦੂਜੀ ਧਿਰ ਵੱਲੋਂ ਮਜਬੂਰ ਕੀਤਾ ਜਾਂਦਾ ਸੀ, ਜਿਸ ਕਰਕੇ ਲੜਨਾ ਪੈਂਦਾ ਸੀ। ਸਿੱਖ ਲੜਨਾ ਨਹੀਂ ਚਾਹੁੰਦਾ, ਤੇ ਜੇ ਕੋਈ ਲੜਾਈ ਗੜ ਪੈ ਜਾਏ ਤੇ ਫਿਰ ਉਹਨੂੰ ਸਿੱਖ ਧੱਸ ਕੇ ਵੀ ਰੱਖ ਦਿੰਦਾ, ਐਡਾ ਕਮਜ਼ੋਰ ਵੀ ਨਹੀਂ। ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਇੱਕੋ ਹੀ ਗੱਲ ਦੀ ਗੁੜਤੀ ਦਿੱਤੀ ਸੀ ਖਾਲਸੇ ਨੂੰ, ਨਿਸ਼ਚੇ ਕਰ ਆਪਣੀ ਜੀਤ ਕਰੋ। ਸਿੱਖ ਦੀ ਡਿਕਸ਼ਨਰੀ ਵਿੱਚ ਹਾਰ ਹੈ ਹੀ ਨਹੀਂ, ਸਿੱਖ ਨੇ ਹਰ ਮੈਦਾਨ ਫਤਿਹ ਹੀ ਫਤਿਹ। ਹੁਣ ਬੇਗਮ ਸਮਰੂ ਜਦੋਂ ਉਹਦੀ ਰਿਆਸਤ ਵਿੱਚ ਪਹੁੰਚਾ ਦਿੱਤੀ ਗਈ, ਉਸ ਤੋਂ ਕੁਝ ਦਿਨ ਬਾਅਦ ਉਸਨੇ ਇੱਕ ਘੋੜਸਵਾਰ ਭੇਜਿਆ, ਜਿਹਨੇ ਆ ਕੇ ਦੱਸਿਆ ਕਿ ਬੇਗਮ ਸਮਰੂ ਸਰਦਾਰ ਬਘੇਲ ਸਿੰਘ ਨੂੰ ਸੁਨੇਹਾ ਮਿਲਿਆ ਕਿ ਉਹ ਆਪ ਜੀ ਨੂੰ ਮਿਲਣਾ ਚਾਹੁੰਦੀ ਹੈ। ਆਗਿਆ ਲੈ ਕੇ ਉਹ ਘੋੜਸਵਾਰ ਵਾਪਸ ਗਿਆ। ਬੇਗਮ ਸਮਰੂ 10,000 ਰੁਪਈਆ 10 ਆਲਾ ਨਸਲ ਦੇ ਅਰਬੀ ਘੋੜੇ ਲੈ ਕੇ ਸਰਦਾਰ ਬਘੇਲ ਸਿੰਘ ਨੂੰ ਮਿਲਣ ਵਾਸਤੇ ਲਾਲ ਕਿਲੇ 'ਚ ਪਹੁੰਚੀ। ਉਹਨੇ 10,000 ਰੁਪਈਆ ਭੇਟਾ ਤੇ 10 ਘੋੜੇ ਦਿੱਤੇ ਤੇ ਉਹਨੂੰ ਕਿਹਾ ਕਿ ਅੱਜ ਤੋਂ ਬਾਅਦ ਮੈਂ ਤੁਹਾਨੂੰ ਭੈਣ ਆ, ਤੂੰ ਮੇਰਾ ਭਰਾ ਹੈ, ਕਿ ਤੂੰ ਏਡਾ ਪਰਉਪਕਾਰ ਕੀਤਾ ਹੈ ਕਿ ਜਿੱਦਾਂ ਡੋਲੇ ਖੋਹਣ ਵਾਲੀਆਂ ਔਰਤਾਂ ਦੀ ਤਾਂ ਜਾਨ ਤੱਕ ਚਲੀ ਜਾਂਦੀ ਹੈ, ਤੁਸੀਂ ਮੈਨੂੰ ਹਿਫਾਜ਼ਤ ਦੇ ਕੇ ਪਹੁੰਚਾ ਰਹੇ ਹੋ। ਤਾਂ ਉਸ ਸਮਰੂ ਬੇਗਮ ਨੂੰ
जिसका पुराना नाम सुल्ताना भी आउंदा है, एक दो होर भी वखरे वखरे नाम आउंदे ने, क्योंकि वो औरत पहला मुसलमान सी ना, मुड़ के उन्हें अंग्रेज नाल मिस्टर समरू दे नाल शादी की, तब उन्हें आपदा नाम भी फिर बेगम समरू रख ले गए। बेगम समरू तक जदों पहुंच की, बेगम समरू ने आन के सरदार बघेल सिंह होरां नाल गल की। सरदार बघेल सिंह ने आख्या कि मेरा दिल्ली उत्ते नजायज कब्जा करन दा कोई इरादा नहीं, इस तरह मैं आया सां, इस करके मेरा खर्च बनदा 3 लाख रुपया, हुण होर भी खर्च वध गया, 3 लाख रुपया वो जुर्माना है, वो मैनू अदा कर देवे ते दिल्ली दे विच साडे गुरु साहिबान दी पवित्र शोह दियां जेहड़े स्थान ने, मैं उन्हां थावां दे उत्ते गुरुद्वारे गुरु घर उसारने ने, मैनू वो उसारन लई उसारन दिते जान, मैं दिल्ली छड्ड के वापस चला जावां। बेगम समरू ने यह जाके गल शाह आलम बादशाह नाल कीती, वो गल इसनूं मन गया और उसने ये समझौता कर लिया कि दिल्ली दे विच आउण वाला मसूल दा जिहड़ा खर्चा सी, ਉਹਦੇ ਰੁਪਈਏ ਚੋਂ 6 ਆਨੇ ਸਿੱਖਾਂ ਦੇ, 10 ਆਨੇ ਸ਼ਾਹ ਆਲਮ ਬਾਦਸ਼ਾਹ ਦੇ ਹੋਣਗੇ। ਮਸੂਲ ਦਾ ਸਾਰਾ ਪੈਸਾ ਸਿੱਖ ਇਕੱਠਾ ਕਰਨਗੇ, ਦਰਵਾਜ਼ਿਆਂ ਦੇ ਉੱਤੇ ਮਸੂਲਾਂ ਦੇ ਉੱਤੇ ਸਿੱਖਾਂ ਦੇ ਬੰਦੇ ਬੈਠੇ ਹੋਣਗੇ, ਸਾਰਾ ਸ਼ਾਮ ਤੱਕ ਪੈਸਾ ਉਹ ਇਕੱਠਾ ਕਰਨਗੇ, ਫਿਰ ਉਹਦੀ ਗਿਣਤੀ ਹੋਵੇਗੀ, ਫਿਰ 37.5% ਕੱਟ ਕੇ ਬਾਕੀ ਦੀ ਸਾਰੀ ਰਕਮ शाह आलम नूं पहुंचा दी जाएगी। ते शाह आलम जिन्ना चिर गुरु धाम नहीं बनते उन्ना चिर केवल 4,000 फौज लैके सरदार बघेल सिंह होरी वो दिल्ली च रहणगे, बाकी फौज वापस चली जाएगी। उसी तरह ही बाकी फौज भेज दी गई। सरदार बघेल सिंह होरी दिल्ली बैठ गए। उन्होंने दिल्ली दे विच कई दिन अनाउंसमेंट मनियादी कराई कि गुरु ਸਾਹਿਬਾਨਾਂ ਦੇ ਚਰਨ ਛੋਹ ਉਹਨਾਂ ਸਥਾਨਾਂ ਦੇ ਬਾਰੇ ਸਾਨੂੰ ਦੱਸਿਆ ਜਾਏ, ਉਹਨਾਂ ਸਥਾਨ ਉੱਤੇ ਅਸੀਂ ਉਹਨਾਂ ਦੇ ਨਾਮ ਦੇ ਉੱਤੇ ਗੁਰੂ ਘਰ ਉਸਾਰਨੇ ਨੇ। ਕੁਛ ਤੇ ਐਸੇ ਸਥਾਨ ਸਨ ਜਿਨ੍ਹਾਂ ਵਿੱਚ ਗੁਰਦੁਆਰਾ ਬੰਗਲਾ ਸਾਹਿਬ, ਇੱਥੇ ਪਹਿਲਾਂ ਹੀ ਰਾਜਾ ਮਿਰਜ਼ਾ ਜੈ ਸਿੰਘ ਦਾ ਬੰਗਲਾ ਸੀ, ਇੱਥੇ ਸਿੱਧਾ ਹੀ ਪ੍ਰਾਪਤ ਹੋ ਗਿਆ। और एक बजुर्ग औरत जिसका नाम उन्होंने वखरा वखरा आउंदा है, राधिका, राधिका देवी, उसकी उम्र इतिहासकारां ने 125 साल लिखी है। वो राधिका देवी ने सुनेहा भेजिया, उन्होंने जाके सरदार बघेल सिंह उन्होंने उन्हें घर मिले। वो दिल्ली दे चांदनी चौक दे इस इलाके च रहिंदी सी। उन्हें दसिया कि मेरे दादा जी, फिर मेरे बाप ते फिर मैं, सारी जिंदगी असीं उस जगह दे उत्ते जोत जगाई है जिस जगह दे उत्ते गुरु तेग बहादुर महाराज जी नूं शहीद किया गया सी। मेरे दादा जी जोत जगाउंदे रहे, मैं छोटी जी नाल जाया करदी सां। उस तो बाद मेरे पिता जी जगाउंदे रहे, उस तो बाद फिर मैं जगाउंदी रही हां हुण तक। उन्हें जाके निशानदेही कीती कि आह जगह है, उस जगह दे उत्ते फिर गुरुद्वारा शीशगंज साहब गुरु तेग बहादुर महाराज जी दा पावन शहादत दा वो स्थान उस जगह दे उत्ते बनाया गया। होर भी इस तरह गुरुद्वारा मजनू का टिला, गुरुद्वारा बाला साहब, इस कुल मिला के 7 गुरुद्वारे जिहड़े गुरु घर सी वो सरदार बघेल सिंह ने उसारे। बाकी तो चलो आसानी नाल मिल गए, लेकिन गुरुद्वारा रकाबगंज इहदे उत्ते एक वड्डी दिक्कत पेश आई। उहदे विच साईं वजद वली शाह कादरी नाम का एक बजुर्ग फकीर सी। उसने आन के दसिया कि वो जगह का मैनू पता है,
ਪਰ ਉਹ ਜਗ੍ਹਾ ਤੁਹਾਨੂੰ ਮਿਲ ਨਹੀਂ ਸਕਦੀ। ਸਰਦਾਰ ਬਘੇਲ ਸਿੰਘ ਨੇ ਕਿਹਾ ਕਿਉਂ? ਕਹਿੰਦੇ ਜੀ ਉਸ ਜਗ੍ਹਾ ਦੇ ਉੱਤੇ ਮਸਜਿਦ ਉਸਾਰੀ ਹੋਈ। ਸਰਦਾਰ ਬਘੇਲ ਸਿੰਘ ਹੋਰਾਂ ਨੇ ਬਾਦਸ਼ਾਹ ਸ਼ਾਹ ਆਲਮ ਦੇ ਨਾਲ ਗੱਲ ਕੀਤੀ ਕਿ ਇਹ ਜਗ੍ਹਾ ਜਿਹੜੀ ਹੈ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਧੜ ਦਾ ਸੰਸਕਾਰ ਇੱਥੇ ਕੀਤਾ ਗਿਆ ਹੈ। ਇਹ ਜਗ੍ਹਾ ਤੇ ਸਾਡਾ ਗੁਰਦੁਆਰਾ ਬਣਦਾ ਹੈ। ਇਸ ਫਕੀਰ ਦੇ ਦੱਸਣ ਦੇ ਮੁਤਾਬਕ ਇਹ ਕਹਿੰਦੇ ਨੇ ਕਿ ਉਸ ਜਗ੍ਹਾ ਦੇ ਵਿੱਚ ਗੁਰੂ ਸਾਹਿਬ ਦੇ ਜਿਹੜੇ ਅਸਥੀਆਂ ਸਨ, ਫੁੱਲ ਸਨ, ਇੱਕ ਤਾਂਬੇ ਦੇ ਗਾਗਰ ਦੇ ਵਿੱਚ ਪਾ ਕੇ ਲੱਖੀ ਸ਼ਾਹ ਵਣਜਾਰੇ ਨੇ ਉੱਥੇ ਨੱਪ ਦਿੱਤੇ ਸਨ ਤੇ ਆਪਦੇ ਘਰ ਨੂੰ ਉਹਨਾਂ ਨੇ ਜਲਾ ਕੇ ਉਹਦੇ ਵਿੱਚ ਗੁਰੂ ਸਾਹਿਬ ਜੀ ਦੀ ਪਵਿੱਤਰ ਜਿਹੜਾ ਸਰੀਰ ਸੀ ਉਹਦਾ ਸੰਸਕਾਰ ਹੋ ਗਿਆ ਸੀ। ਤੁਸੀਂ ਇਹ ਗੱਲ ਮੰਨੋ ਕਿ ਇਹ ਮਸਜਿਦ ਦਾ ਜਿਹੜਾ ਮੇਨ ਹਾਲ ਹੈ, ਇਹਦੇ ਜਿਹੜਾ ਜ਼ਮੀਨ ਦਾ ਫਰਸ਼ ਹੈ, ਇਹਦੇ ਜ਼ਮੀਨ ਦੇ ਥੱਲੇ ਉਹ ਕਲਸ਼ ਦੱਬਿਆ ਹੋਇਆ ਹੈ। ਆਪਾਂ ਜ਼ਮੀਨ ਪੱਟ ਲੈਂਦੇ ਹਾਂ ਚੰਗੀ ਤਰ੍ਹਾਂ, ਜੇ ਉਹ ਕਲਸ਼ ਨਾ ਨਿਕਲੇ ਤੇ ਗੁਰੂ ਕੇ ਸਿੰਘਾਂ ਦੀ ਤੁਹਾਡੇ ਨਾਲ ਇਹ ਜ਼ਬਾਨ ਹੈ ਕਿ ਜਿਸ ਤਰ੍ਹਾਂ ਦੀ ਇਹ ਮਸਜਿਦ ਬਣੀ ਹੈ, ਇਸ ਤੋਂ ਵੀ ਸ਼ਾਨਦਾਰ ਇਸੇ ਜਗ੍ਹਾ ਦੇ ਉੱਤੇ ਅਸੀਂ ਮਸਜਿਦ ਆਪਦੇ ਕੋਲੋਂ ਉਸਾਰ ਕੇ ਤੁਹਾਨੂੰ ਦੇਵਾਂਗੇ। ਤੇ ਜੇ ਉਹ ਕਲਸ਼ ਨਿਕਲ ਪਵੇ ਤੇ ਫਿਰ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਬਣੇਗਾ ਤੇ ਫਿਰ ਜਿੱਥੇ ਤੁਸੀਂ ਕਹੋਗੇ ਉਸ ਜਗ੍ਹਾ ਦੇ ਉੱਤੇ ਫਿਰ ਅਸੀਂ ਮਸਜਿਦ ਤੁਹਾਡੀ ਕਿਸੇ ਹਟਵੀਂ ਜਗ੍ਹਾ ਤੇ ਆਸੇ ਪਾਸੇ ਜਿੱਥੇ ਵੀ ਤੁਸੀਂ ਕਹਿ ਦਿਓਗੇ ਉੱਥੇ ਬੜੀ ਆਲੀਸ਼ਾਨ ਮਸਜਿਦ ਬਣਾ ਕੇ ਦੇਵਾਂਗੇ। ਉਸੇ ਤਰ੍ਹਾਂ ਹੀ ਉਹ ਫਰਸ਼ ਪੱਟਿਆ ਗਿਆ ਤੇ ਵਿੱਚੋਂ ਕਲਸ਼ ਨਿਕਲਿਆ। ਫਿਰ ਉਸ ਜਗ੍ਹਾ ਦੇ ਉੱਤੇ ਇੱਕ ਗੁਰਦੁਆਰਾ ਰਕਾਬਗੰਜ ਸਾਹਿਬ ਉਸਾਰਿਆ ਗਿਆ। ਇਸ ਤਰ੍ਹਾਂ ਕੁਝ ਸਾਲ ਲੱਗੇ ਤੇ ਗੁਰਦੁਆਰੇ 7 ਦੇ 7 ਇਹ ਉਸਾਰ ਲਏ ਗਏ ਤੇ ਗੁਰੂ ਘਰ ਪੂਰੀ ਤਰ੍ਹਾਂ ਤਿਆਰ ਹੋ ਗਏ। ਸਰਦਾਰ ਬਘੇਲ ਸਿੰਘ ਹੋਰਾਂ ਨੇ ਇੱਕ ਸੁਨੇਹਾ ਭੇਜਿਆ ਬਾਦਸ਼ਾਹ ਸ਼ਾਹ ਆਲਮ ਨੂੰ ਕਿ ਖਾਲਸਾ ਹੁਣ ਵਾਪਸ ਆਪਦੀ ਮਿਸਲ ਵੱਲ ਜਾ ਰਿਹਾ ਹੈ, ਤਿਆਰੀ ਹੋ ਰਹੇ ਨੇ। ਬਾਦਸ਼ਾਹ ਸ਼ਾਹ ਆਲਮ ਨੇ ਸਰਦਾਰ ਬਘੇਲ ਸਿੰਘ ਨੂੰ ਇੱਕ ਸੁਨੇਹਾ ਭੇਜਿਆ ਕਿ ਮੈਂ ਆਪਦੇ ਦਰਬਾਰ ਵਿੱਚ ਕਿਲ੍ਹੇ ਦੇ ਵਿੱਚ ਤੁਹਾਡਾ ਸਨਮਾਨ ਕਰਨਾ ਚਾਹੁੰਦਾ ਹੈ ਕਿ ਤੁਸੀਂ ਇੰਨਾ ਵਧੀਆ ਪ੍ਰਬੰਧ ਚਲਾਇਆ ਹੈ ਕਿ ਜੇ ਤੁਹਾਡੇ ਨਾਲ 37% ਦੀ ਗੱਲ ਹੋਈ ਸੀ, 6 ਆਨਿਆਂ ਦੀ ਗੱਲ ਹੋਈ ਸੀ ਤੇ ਤੁਸੀਂ 6 ਆਨਿਆਂ ਤੋਂ 7ਵਾਂ ਆਨਾ ਵੀ ਨਹੀਂ ਰੱਖਿਆ। ਪੂਰੀ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਮੇਰਾ ਖਜ਼ਾਨਾ ਮੈਨੂੰ ਭੇਜਦੇ ਰਹੇ ਹੋ, ਜਿਹੜਾ ਚੁੰਗੀ ਤੇ ਇਕੱਠਾ ਹੁੰਦਾ ਸੀ ਆਪਦਾ ਕੱਟ ਕੇ ਪੂਰਾ ਮੈਨੂੰ ਭੇਜਦੇ ਰਹੇ ਹੋ। ਇਹਦੀਆਂ ਮੈਨੂੰ ਸਾਰੀਆਂ ਰਿਪੋਰਟਾਂ ਨੇ ਤੇ ਜਿਸ ਸਲੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਤੁਸੀਂ ਗੁਰੂ ਘਰ ਉਸਾਰੇ ਨੇ, ਲੋਕਾਂ ਦੇ ਸਹਿਯੋਗ ਲਏ ਨੇ, ਦਿੱਲੀ ਦੇ ਸਾਰੀ ਪ੍ਰਜਾ ਜਨਤਾ ਤੁਹਾਡੇ ਤੋਂ ਜਿੰਨੀ ਖੁਸ਼ ਹੈ ਉਸ ਤੋਂ ਜ਼ਿਆਦਾ ਖੁਸ਼ ਮੈਂ ਹਾਂ। ਇਸ ਕਰਕੇ ਤੁਸੀਂ ਇੱਕ ਵਾਰੀ ਆ ਕੇ ਮੈਂ ਤੁਹਾਨੂੰ ਸੰਤ ਰੂਪ ਸਮਝਦਾ ਹਾਂ, ਮੇਰੇ ਰਾਜ ਮਹਿਲ ਵਿੱਚ ਚਰਨ ਪਾਓ ਤੇ ਮੈਂ ਪੂਰੇ ਦਰਬਾਰੀਆਂ ਵਿੱਚ ਤੁਹਾਡਾ ਸਨਮਾਨ ਕਰਨ ਦੀ ਖੁਸ਼ੀ ਲੈਣੀ ਚਾਹੁੰਦਾ। ਸਰਦਾਰ ਬਘੇਲ ਸਿੰਘ ਨੇ ਕਿਹਾ ਕਿ ਕੰਮ ਬੜਾ ਮੁਸ਼ਕਲ ਹੈ। ਉਹਨੇ ਕਿਹਾ ਕਿਉਂ? ਉਹਨੇ ਕਿਹਾ ਗੱਲ ਇਹ ਹੈ ਕਿ ਮੈਂ ਜਦੋਂ ਤੁਹਾਡੇ ਦਰਬਾਰ 'ਚ ਪੇਸ਼ ਹੋਵਾਂਗਾ, ਤੁਸੀਂ ਬਤੌਰ ਬਾਦਸ਼ਾਹ ਬੈਠੇ ਹੋਵੋਗੇ ਤੇ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਹੋਣ ਵਾਲੇ ਹਰ ਵਿਅਕਤੀ ਨੂੰ ਉਹਨੂੰ ਝੁਕ ਕੇ ਫਰਸ਼ੀ ਸਲਾਮ ਕਰਨੀ ਪੈਂਦੀ। 3 ਸਲਾਮਾਂ ਉਹਨੂੰ ਕਿਹਾ ਜਾਂਦਾ, ਫਰਸ਼ੀ ਸਲਾਮ ਕਰਨੀ ਪੈਂਦੀ ਹੈ। ਬਾਦਸ਼ਾਹ ਦੇ ਦਰਬਾਰ ਦਾ ਇਹ ਇਸ ਤਰ੍ਹਾਂ ਦਾ ਕਾਨੂੰਨ ਹੈ। ਉਸ ਵੇਲੇ ਦਾ ਇਹ ਅਸੂਲ ਸੀ ਕਿ ਮੁਗਲ ਸਾਮਰਾਜ ਦੇ ਦਰਬਾਰ ਵਿੱਚ ਜਾਣ ਨਾਲ ਹੱਥ ਦੇ ਨਾਲ 3 ਵਾਰੀ ਫਰਸ਼ੀ ਸਲਾਮ ਕਰਨੀ ਪੈਂਦੀ ਸੀ। ਤੇ ਗੁਰੂ ਕਾ ਖਾਲਸਾ ਜਿਹੜਾ ਹੈ ਇਹ ਆਪਦੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਅੱਗੇ ਸੀਸ ਹੀ ਨਹੀਂ ਝੁਕਾਉਂਦਾ ਤੇ ਮੈਂ ਤੁਹਾਨੂੰ ਫਰਸ਼ੀ ਸਲਾਮ ਕਰ ਨਹੀਂ ਸਕਾਂਗਾ। ਦੂਸਰਾ ਇਹ ਹੈ ਕਿ ਕਿਲ੍ਹੇ ਦੇ ਜੇਤੂ ਅਸੀਂ ਹਾਂ, ਅਸੀਂ ਸਮਝੌਤੇ ਵਿੱਚ ਆ ਕੇ ਕਿਲ੍ਹਾ ਤੈਨੂੰ ਵਾਪਸ ਕੀਤਾ ਹੈ। ਕਿਲ੍ਹੇ ਦੇ ਜੇਤੂ ਅਸੀਂ ਹਾਂ, ਕਿਲ੍ਹੇ ਤਾਂ ਸਾਡਾ ਸੀ ਤੇ ਇਸ ਕਰਕੇ ਮੈਂ ਥੱਲੇ ਖਲੋ ਜਾਵਾਂ, ਤੂੰ ਸਿੰਘਾਸਣ ਤੇ ਬੈਠਾ ਹੋਵੇਂ, ਇਹ ਵੀ ਗੱਲ ਮੈਨੂੰ ਪ੍ਰਵਾਨ ਨਹੀਂ। ਮੈਂ ਤਾਂ ਆ ਸਕਦਾ
कि मेरा सिंघासन तेरे बराबर लगे ते मैं पूरी शानो शौकत नाल दरबार विच शामिल होवां ते मैं उत्थे दरबार विच खड़ो के तैनू ते तेरे सारे दरबारियां नू पूरे जोर नाल गज के फतेह बुलावांगा ते तुसीं भी मैनू उहदा जवाब फतेह च दिओगे। शाह आलम ने कहा मैनू ये गल प्रवान है, तू आ तां सही। सरदार बघेल सिंह आपदे अगले पासे एक हाथी उत्ते बड़ा वड्डा नगारा रखा के पिछले पासे आप घोड़े ते सवार होके पिछे कुछ सैनिक नाल लैके पूरी बादशाही शान नाल नगारा बजा के उत्ते दरबार च पहुंचे और दरबार दे विच जाके उन्होंने उच्ची सारी फतेह बुलाई। फतेह बुलाउण तो बाद शाह आलम ने उन्हां नूं आपदे बराबर सिंघासन ते बिठाया, उन्हां दा सन्मान किया, उन्होंने कुछ घोड़े, कुछ नगदी, कुछ एक सोने का कड़ा, कुछ इस तरह के होर समान दे के सन्मान दिता और भरे दरबार विच सारियां नूं दस्सिया कि ये जिहड़ी कौम है इन्नी क असूलां दी पक्की है कि इन्हां दा एक एक बंदा आम मनुख नहीं संत हुंदा है। ये उस रब की रजा विच एक एक श्वास लेंदे ने और इन्होंने आपदे लिए कुछ भी नहीं मंगिया, सारी दिल्ली जित के मैनू सारी वापस कर दिती ते सिर्फ औदे उन्हां गुरुआं दे स्थान बनाए। ये जिहड़ा गुरुद्वारा रकाबगंज है इहदी बहुत लंबी चौड़ी जमीन जिहड़ी मोती बाग दी उन्हें एक वड्डा पटा लिख के जदों बघेल सिंह नूं दिती, बघेल सिंह ने कहा यह पटा मेरे नां ते नहीं, ये इस गुरुद्वारा रकाबगंज के नां ते होगा। ਉਹਦਾ ਨਾਂ ਕੱਟ ਕੇ ਦੁਬਾਰਾ ਕਾਗਜ਼ ਤਿਆਰ ਹੋਏ। ਅੱਜ ਵੀ ਉਹ ਮੇਰਾ ਖਿਆਲ ਜਿੱਥੋਂ ਤੱਕ ਹੈ ਕਿ ਉਹ ਜਿੰਨਾ ਰਕਬਾ ਗੁਰਦੁਆਰਾ ਰਕਾਬਗੰਜ ਦਾ ਹੈ ਉਹ ਸਾਰਾ ਉਹਦੇ ਪੇਪਰ ਉਹ ਉਸ ਵੇਲੇ ਦੇ ਬਾਦਸ਼ਾਹ ਸ਼ਾਹ ਆਲਮ ਵੱਲੋਂ ਪਟਾ ਗੁਰਦੁਆਰਾ ਰਕਾਬਗੰਜ ਨੂੰ ਜ਼ਮੀਨ ਜਿਹੜੀ ਸੀ ਉਹ ਸਰਦਾਰ ਬਘੇਲ ਸਿੰਘ ਨੂੰ ਮਿਲਿਆ, ਗਿਫਟ ਸੀ। तो सरदार बघेल सिंह होरां ने दिल्ली फतेह की और लाल किले उत्ते किसी जमाने विच सिखां दा केसरी निशान झुलिया। इत्थे इतिहासकारां दी वख-वख राय आउंदी है कि जे उस वेले सारियां मिसलां दे सरदार, क्योंकि पंजाब दे विच सारे पंजाब दे विच मिसलां बण चुकियां सन। पंजाब नूं 14 मिसलां दे विच वंड दिता गया सी। एक मिसल कसूर दी मुसलमानां कोल सी, एक मिसल अंग्रेजां कोल सी ते 12 मिसलां उत्ते पंजाब दे सिखां दा कब्जा सी, जिहदे विच करोड़ सिंघिया मिसल दिल्ली दे करनाल तक पहुंचदी सी। ये 12 दियां 12 मिसलां दे सरदार इकट्ठे करके अगर दिल्ली उत्ते कीते होए कब्जे नूं संभाल लिया जांदा ते दिल्ली तो लैके सारे पंजाब तक खालसे दा राज बन गया सी। लेकिन ये इतिहासकारां दी राय है। कुछ इतिहासकार ये कहंदे ने कि ਵੱਡੇ ਛੋਟੇ ਘੱਲੂਘਾਰੇ ਦੇ ਵਿੱਚ ਏਡਾ ਵੱਡਾ ਕਤਲੇਆਮ ਹੋਣ ਕਰਕੇ ਸਿੱਖਾਂ ਦੀ ਉਦੋਂ ਗਿਣਤੀ ਬਹੁਤ ਥੋੜੀ ਸੀ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੇ ਏਡੇ ਵੱਡੇ ਪ੍ਰਬੰਧ ਨੂੰ ਚਲਾਉਣ ਦੇ ਲਈ ਮੈਨ ਪਾਵਰ ਬਹੁਤ ਚਾਹੀਦੀ ਸੀ ਤੇ ਸਿੱਖਾਂ ਦੀ ਉਨੀ ਗਿਣਤੀ ਨਹੀਂ ਸੀ ਰਹੀ। ਕੁਛ ਇਸ ਕਮਜ਼ੋਰੀ ਕਰਕੇ ਵੀ ਛੱਡਣਾ ਪਿਆ, ਕੁਛ ਕੋਈ ਹੋਰ ਕਾਰਨ ਵੀ ਬਣੇ ਹੋਣਗੇ, ਪਰ ਜੋ ਉਸ ਅਕਾਲ ਪੁਰਖ ਮਾਲਕ ਨੂੰ ਭਾਉਂਦਾ ਹੋਵੇ ਉਹ ਹੀ ਹੋਣਾ ਹੈ ਨਾ। ज्यों-ज्यों तेरा हुक्म तिवें-तिवें होवना, जै तै रखे आप तैं जाए खलोमना। ਉਹ ਉੱਤੋਂ ਤੁਰਦਰ ਗਾਉਂ ਜੋ ਹੁਕਮ ਆਉਂਦਾ ਹੈ। ਇਹ ਸੀ ਸਿੱਖਾਂ ਦੀ ਦਿੱਲੀ ਫਤਿਹ ਦੀ ਦਾਸਤਾਨ ਜੋ 11 ਮਾਰਚ ਨੂੰ ਆ ਰਹੀ ਹੈ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਇਸ ਨੂੰ ਹਰ ਸਾਲ ਬੜੀ ਸ਼ਾਨ ਨਾਲ ਇਸ ਨੂੰ ਮਨਾਉਂਦੀ ਹੈ। ਤੇ ਮੈਂ ਇਹ ਗੱਲ ਦੀ ਬੇਨਤੀ ਕਰਾਂਗਾ ਕਿਉਂਕਿ ਕੀਰਤਨ ਦਰਬਾਰ ਹੁੰਦੇ ਨੇ, ਹੋਰ ਸਮਾਗਮ ਹੁੰਦੇ ਨੇ, ਮੈਂ ਇਸ ਗੱਲ ਦੀ ਬੇਨਤੀ ਕਰਾਂਗਾ ਕਿ ਇਸ ਇਤਿਹਾਸ ਨੂੰ ਜੋ ਬਾਬਾ ਬਘੇਲ ਸਿੰਘ ਹੋਰਾਂ ਦਾ ਹੈ, ਉਹਨਾਂ ਨੇ ਕਿਸ ਤਰ੍ਹਾਂ ਦਿੱਲੀ ਨੂੰ ਫਤਿਹ ਕੀਤਾ, ਇਹ ਛੋਟੇ ਬੁਕਲੇਟ ਛਾਪ ਕੇ ਸੰਗਤ ਦੇ ਵਿੱਚ ਵੱਡੇ ਪੱਧਰ ਤੇ ਵੰਡੀਆਂ ਜਾਣ ਤਾਂ ਕਿ ਇਹ ਇਤਿਹਾਸ ਸਾਡਾ ਜਿਹੜਾ ਹੈ ਇਹ ਬਿਲਕੁਲ ਅਲੋਪ ਹੋਇਆ ਪਿਆ ਹੈ, ਇਹ ਸੰਗਤ ਵਿੱਚ ਪਹੁੰਚੇ
ਔਰ ਇਹ ਵੱਧ ਤੋਂ ਵੱਧ ਕੈਸਟਾਂ ਤਿਆਰ ਕਰਕੇ ਸੰਗਤ ਨੂੰ ਦੱਸੀਆਂ ਜਾਣ ਕਿ ਅਸੀਂ ਦਿੱਲੀ ਵੀ ਸਾਡੇ ਵੱਡਿਆਂ ਨੇ ਕਦੀ ਫਤਿਹ ਕੀਤੀ ਸੀ, ਕਦੀ ਸਾਡਾ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਵੀ ਝੁਲਿਆ ਸੀ। ਇਹ ਸਿੱਖਾਂ ਦੀ ਉਹਨਾਂ ਸਰਦਾਰਾਂ ਦੀ ਪ੍ਰਾਪਤੀ ਸੀ ਜੋ ਮੈਂ ਆਪ ਜੀ ਦੀ ਨਜ਼ਰ ਕੀਤੀ। ਇਤਿਹਾਸ ਦੀ ਬਾਤ ਹੈ, ਮੇਰੇ ਕੋਲ ਹਜ਼ਾਰਾਂ ਗਲਤੀਆਂ ਹੋਈਆਂ ਹੋਣਗੀਆਂ, ਆਪ ਬਖਸ਼ੰਦ ਹੋ, ਆਪ ਦੇ ਕੋਲੋਂ ਮਾਫੀ ਵੀ ਮੰਗ ਲੈਣਾ ਕਿ ਜੇ ਕੋਈ ਗਲਤੀ ਹੋ ਗਈ ਹੋਵੇ, ਕੋਈ ਇੱਕ ਲਫ਼ਜ਼ ਕੰਨਾ ਅੱਖਰ ਵੱਧ ਘੱਟ ਬੋਲ ਗਿਆ ਹੋਵਾਂ, ਤੇ ਗੁਰੂ ਕੀ ਸੰਗਤ ਕੋਲ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਮੁਆਫੀ ਚਾਹੁੰਦਾ ਹਾਂ। ਨਾਲ ਹੀ ਇੱਕ ਬੇਨਤੀ ਹੋਰ ਵੀ ਕਰਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਵਿੱਚ ਪਹੁੰਚਾਇਆ ਜਾਏ ਔਰ ਆਪ ਜੀ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਹੋਰ ਪਾਈਏ ਉਹ ਸਭ ਤੋਂ ਪਹਿਲਾਂ ਆਪ ਜੀ ਦੇ ਪਾਸ ਪਹੁੰਚੇ, ਤਾਂ ਆਪ ਜੀ ਵੱਡਮੁੱਲੇ ਸਾਡੇ ਇਸ ਵਿਰਾਸਤੀ ਇਤਿਹਾਸ ਤੋਂ ਵੀ ਵਾਕਫ ਹੋਵੋ ਤੇ ਇਸ ਵੱਡਮੁੱਲੇ ਕੰਮ ਦੇ ਵਿੱਚ ਸੇਵਾ ਦਾ ਯੋਗਦਾਨ ਵੀ ਪਾਓ, ਜੋ ਕਿ ਤੁਸੀਂ ਤੇ ਇੱਕ ਬਟਨ ਨੱਪਣਾ ਹੈ, ਉਹਦੇ ਨਾਲ ਇਹ ਦੂਸਰਿਆਂ ਤੱਕ ਵੀ ਪਹੁੰਚਣੀ ਹੈ ਤੇ ਇੱਕ ਸਬਸਕ੍ਰਾਈਬ ਦਾ ਸਾਨੂੰ ਵੀ ਪਹੁੰਚਣਾ, ਜਿਹਦੇ ਨਾਲ ਸਾਨੂੰ ਇੱਕ ਹੌਸਲਾ ਅਫਜ਼ਾਈ ਹੋਵੇਗੀ, ਸਾਨੂੰ ਇੱਕ ਟੌਨਕ ਮਿਲੇਗੀ। ਇਹ ਬੇਨਤੀ ਮੇਰੀ ਪ੍ਰਵਾਨ ਕਰੋ। ਦੂਸਰੀ ਬੇਨਤੀ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਹਰ ਵਾਰੀ ਕਰਨਾ ਕਿ ਉਹ ਇਸ ਕਰੋਨਾ ਵਾਇਰਸ ਵਰਗੀ ਭਿਅੰਕਰ ਬਿਮਾਰੀ ਨੂੰ ਇਸ ਸੰਸਾਰ ਤੋਂ ਚੁੱਕੇ ਤੇ ਇਸ ਦੁਨੀਆ ਦੇ ਲੋਕ ਦੁਬਾਰਾ ਉਹਦੀ ਉਸੇ ਦੌੜ 'ਚ ਉਸੇ ਰਫਤਾਰ ਵਿੱਚ ਚੱਲਣ। ਮਨੁੱਖਾਂ ਨੂੰ ਵੀ ਬੇਨਤੀ ਹੈ ਕਿ ਉਹ ਕੁਦਰਤ ਨਾਲ ਛੇੜਛਾੜ ਕਰਨ ਤੋਂ ਗੁਰੇਜ਼ ਕਰਨ। ਸੱਚੇ ਪਾਤਸ਼ਾਹ ਉਹ ਅਕਾਲ ਪੁਰਖ, ਉਹ ਦੀਨ ਦੁਨੀਆ ਦਾ ਮਾਲਕ, ਜੇ ਮਨੁੱਖਾਂ ਕੋਲ ਕੋਈ ਗਲਤੀ ਹੋ ਗਈ ਹੈ ਤੇ ਆਪ ਕੀ ਬਾਰ ਬਖਸ਼ ਬੰਦਿਆਂ ਨੂੰ ਬਖਸ਼ ਲੈ ਤੇ ਇਹ ਕਰੋਨਾ ਵਾਇਰਸ ਨੂੰ ਇੱਥੋਂ ਚੁੱਕੇ, ਤਾਂ ਕਿ ਦੁਨੀਆ ਉਹਦੀ ਰਜ਼ਾ ਵਿੱਚ ਖੁਸ਼ੀਆਂ ਭਰਿਆ ਜੀਵਨ ਜੀਵੇ। ਹਰ ਵਿਅਕਤੀ ਆਪਦੀ ਜ਼ਿੰਦਗੀ 'ਚ ਆ ਕੇ ਉਹਦੇ ਚਾਅ ਮਲਾਰ ਖੁਸ਼ੀਆਂ ਪੂਰੀ ਤਰ੍ਹਾਂ ਮਾਣ ਕੇ ਜਾਏ। ਇਹੀ ਮੇਰੀ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਜੋਦੜੀ ਹੈ। ਅੰਤ ਵਿੱਚ ਫਿਰ ਭੁੱਲਾਂ ਦੀ ਖਿਮਾ ਚਾਹੁੰਦਾ ਹੋਇਆ ਆਪ ਜੀ ਤੋਂ ਆਗਿਆ ਚਾਹੁੰਦਾ ਹਾਂ। ਫਿਰ ਕਿਸੇ ਵੀਡੀਓ ਤੇ ਆਪਾਂ ਫੇਰ ਮਿਲਾਂਗੇ। ਇੱਥੇ ਹੀ ਸਮਾਪਤੀ ਹੈ। ਇੱਕ ਵਾਰੀ ਫੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦਾ ਸਿਮਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।